ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ। ਹਰ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਾਮ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਨ ਉਦਾਰ। ਰੂਪ ਉਮਾ ਬਾਨੀ ਰਮਾ ਤਾਕੋ ਨਮੋ ਹਮਾਰ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਪਾਵਨ ਅਸਥਾਨ ਬੁੱਢਾ ਜੌਰ ਦੀ ਮੁਬਾਰਕ ਧਰਤੀ 'ਤੇ ਵਿਰਾਜ ਰਹੇ ਗੁਰੂ ਸਵਾਰੇ ਸਤਸੰਗੀ ਜਿਹਨੂੰ ਆਪਾਂ ਸਾਰੇ ਹੀ ਭਾਗਸ਼ਾਲੀ ਹਾਂ, ਜਿਨ੍ਹਾਂ ਨੂੰ ਸੰਸਾਰੀ ਕੰਮ ਕਾਜ ਤੋਂ ਨੂੰ ਸੰਕੋਚਦੇ ਹੋਏ ਗੁਰੂ ਚਰਨਾਂ ਵਿੱਚ ਸੱਜ ਬੈਠ ਕਰ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਨਾਨਕ ਪ੍ਰਕਾਸ਼ ਦੀ ਵਿਚਾਰਤਾ ਸਮਝਣ ਤੇ ਵਿਚਾਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਕੱਲ੍ਹ ਦੇ ਪ੍ਰਸੰਗ ਵਿੱਚ ਆਪਾਂ ਬੜੇ ਵਿਸਥਾਰ ਸਹਿਤ ਵਿਚਾਰਨਾ ਕੀਤਾ ਕਿਵੇਂ ਸਤਿਗੁਰ ਦੇਵ ਜੀ ਰਾਏ ਬੁਲਾਰ ਨੂੰ ਧੀਰਜ ਦਿੰਦੇ ਹੋਏ, ਆਪਣੇ ਮਾਤਾ ਜੀ ਤੋਂ ਸ਼ੁਭ ਅਸੀਸਾਂ ਲੈਂਦੇ ਹੋਏ, ਪਿਤਾ ਜੀ ਦੀਆਂ ਹੁਣ ਮਾਇਆ ਨੂੰ ਇਕੱਠੀਆਂ ਕਰਨ ਦੀਆਂ ਵਿਚਾਰਾਂ ਨੂੰ ਸੁਣਦੇ ਹੋਏ ਕਿਵੇਂ ਵਾਪਸ ਇੱਥੇ ਪਹੁੰਚਦੇ ਹੈ ਸੁਲਤਾਨਪੁਰ। ਕਿਵੇਂ ਨਿਸੰਗ ਹੋ ਕੇ ਸਤਿਗੁਰ ਦੇ ਵਕਾਰ ਕਮਾ ਰਹੇ ਹੈ। ਸਤਿਗੁਰਾਂ ਨੇ ਵੱਖਰਾ ਘਰ ਬਣਾ ਲਿਆ ਹੈ। ਮਾਤਾ ਸੁਲੱਖਣੀ ਜੀ 1 ਮਹੀਨਾ ਪੇਕੇ ਘਰ ਰਹਿਣ ਤੋਂ ਬਾਅਦ ਵਾਪਸ ਆਉਂਦੇ ਹੈ। ਉਹਨਾਂ ਦਾ ਵੀ ਸਤਿਗੁਰਾਂ ਦੇ ਬੇਪਰਵਾਹੀ ਸੁਭਾਅ ਤੋਂ ਜਿਹੜਾ ਮਨ ਥੋੜ੍ਹਾ ਜਿਹਾ ਪਰੇਸ਼ਾਨ ਹੋਇਆ। ਉਹਨਾਂ ਨੇ ਆਪਣੀ ਪਰੇਸ਼ਾਨੀ ਬੇਬੇ ਨਾਨਕੀ ਜੀ ਤਾਂ ਹੀ ਦੱਸੀ ਹੈ। ਬੇਬੇ ਨਾਨਕੀ ਜੀ ਉਹਨਾਂ ਨੂੰ ਸਤਿਗੁਰਾਂ ਦੀ ਆਗਿਆ ਦੇ ਵਿੱਚ ਹੀ ਰਹਿਣ ਦਾ ਉਪਦੇਸ਼ ਦਰਸਾਇਆ ਹੈ। ਇਹ ਆਪਾਂ ਪ੍ਰਸੰਗ ਬੜੇ ਵਿਸਥਾਰ ਨਾਲ ਵਿਚਾਰਿਆ ਸੀ ਅਤੇ ਪ੍ਰਸੰਗ ਦੀ ਸਮਾਪਤੀ ਹੋਈ ਸੀ। ਸੋ ਆਓ ਅੱਗੇ ਆ ਰਹੇ ਪ੍ਰਸੰਗ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਰੇ ਹੀ ਰਸਨਾ ਗੁਰੂ ਪਵਿੱਤਰ ਮਾਨ ਬਿਰਤੀਆਂ ਇਕਾਗਰ ਕਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਨ ਉਦਾਰ। ਰੂਪ ਉਮਾ ਬਾਨੀ ਰਮਾ ਤਾਕੋ ਨਮੋ ਹਮਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਇੱਥੇ ਵਿਦਿਆ ਦੀ ਦੇਵੀ ਸਰਸਵਤੀ ਦਾ 25 ਨੰਬਰ ਅਧਿਆਏ ਦੀ ਆਰੰਭਤਾ 'ਤੇ ਮੰਗਲ ਕਰ ਰਹੇ ਹੈ। ਚੰਦ ਬਦਨ ਬਦਨ ਕਹੀਦਾ ਮੁੱਖ, ਚੰਦ ਮੈਨੇ ਚੰਦਰਮਾ ਵਰਗਾ ਜਿਹਦਾ ਮੁੱਖ ਹੈ। ਸਮਤ ਸਦਨ ਸ੍ਰੇਸ਼ਟ ਬੁੱਧੀ ਵਾਲੀ ਹੈ। ਕੁਮਤ ਭੈੜੀ ਮਤ ਦਾ ਹਰਨ ਕਰਨ ਵਾਲੀ। ਉਦਾਰ ਹੁਣ ਸਾਡੇ ਤਾਈਂ ਹੁਣ ਉਦਾਰਤਾ ਹੁਣ ਭਾਵ ਸਾਨੂੰ ਦੈਵੀ ਗੁਣਾਂ ਦਾ ਦੈਵੀ ਗੁਣ ਪ੍ਰਦਾਨ ਕਰਨ ਵਾਲੀ। ਉਮਾ ਮੈਨੇ ਦੁਰਗਾ ਪਾਰਵਤੀ ਦਾ ਜਿਹੜਾ ਸਵਰੂਪ ਹੈ ਉਹਨੂੰ ਮੇਰੀ ਨਮਸਕਾਰ ਹੈ। ਇੱਥੇ ਕਵਿਰਾਜ ਦੱਸ ਰਹੇ ਹੈ ਸਰਸਵਤੀ ਦਾ ਸੋਹਣਾ ਸਰੂਪ, ਚੰਦਰਮਾ ਵਰਗੇ ਸੋਹਣੇ ਮੁਖੜੇ ਵਾਲੀ, ਸ਼੍ਰੇਸ਼ਟ ਬੁੱਧੀ ਦਾ ਘਰ, ਖੋਟੀ ਬੁੱਧੀ ਦੇ ਤਾਈਂ ਮਿਟਾਉਣ ਵਾਲੀ ਅਤੇ ਉਦਾਰਤਾ ਹੈ ਜਿਸ ਦਾ ਸਵਰੂਪ ਵਿਦਿਆ ਅਤੇ ਵੀਰਤਾ ਅਤੇ ਪ੍ਰਾਪਤੀ, ਉਸ ਨੂੰ ਸਾਡੀ ਨਮਸਕਾਰ ਹੈ। ਜਿਹੜੀ ਵਿਦਿਆ ਅਤੇ ਵੀਰਤਾ ਦੀ ਦਾਤੀ ਹੈ, ਜਿਹੜੀ ਉਦਾਰਤਾ ਦੀ ਮੂਰਤ ਹੈ, ਉਹ ਕੌਣ ਹੈ? ਉਹ ਹੈ ਸਰਸਵਤੀ। ਉਹਨੂੰ ਸਾਡੀ ਨਮਸਕਾਰ ਹੈ। ਚੌਪਈ ਅਸ ਪ੍ਰਕਾਰ ਕਛੋ ਸਮਾਂ ਬਿਤਾਇਓ ਮਿਲਨ ਹੇਤ ਤਬ ਮੂਲਾ ਆਇਓ। ਸਮਾਂ ਆਪਦੀ ਚਾਲ ਚੱਲਦਾ ਜਾ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰੇ ਦੀ ਧਰਤੀ 'ਤੇ
ਮੋਦੀਖਾਨੇ ਦੀ ਕਾਰ ਕਰ ਰਹੇ ਹੈ। ਕੁਝ ਸਮੇਂ ਬਾਅਦ ਬਾਬਾ ਮੂਲ ਚੰਦ ਜੀ ਆਪਣੀ ਪੁੱਤਰੀ ਨੂੰ ਮਿਲਣ ਵਾਸਤੇ ਆਏ। सदन सुता के प्रविश्यो जब ही उम गयो नेहो अधिक मन तब ही। ਹਾਂ ਉਮਗਿਓ ਮੈਨੂੰ ਉਮਾੜਾ ਆਇਆ, ਭਾਵ ਜਦੋਂ ਹੀ ਬਾਬਾ ਮੂਲ ਚੰਦ ਆਪਣੀ ਪੁੱਤਰੀ ਦੇ ਘਰ ਪ੍ਰਵੇਸ਼ ਹੋਏ, ਮਨ ਅੰਦਰ ਬਹੁਤ ਮੋਹ ਦਾ ਉਬਾਲਾ ਆਇਆ। उठी सुलखणी लोचन नीरा पर आवा और भई अधीरा। ਹਾਂ ਮਾਤਾ ਸੁਲੱਖਣੀ ਜੀ ਦੇ ਵੀ ਹੁਣ ਖੁਸ਼ੀ ਦੇ ਨੇਤਰਾਂ ਦੇ ਵਿੱਚੋਂ ਹੁਣ ਜਲ ਵਹਿਆ ਹੈ ਔਰ ਮਨ ਭਰ ਗਿਆ ਹੈ ਤੇ ਬਹੁਤ ਵਿਆਕੁਲ ਹੋਏ ਹੈ। पित सो मिल रोवन बहु लागी मन दुख ते जन करुणा भागी। ਤੇ ਆਪਣੇ ਪਿਤਾ ਦੇ ਗਲ ਲੱਗ ਕੇ ਮਾਤਾ ਸੁਲੱਖਣੀ ਜੀ ਰੋਣ ਲੱਗੇ ਹੈ ਤੇ ਹੁਣ ਜਿਵੇਂ ਮਾਨੋ ਉਹਨਾਂ ਦੇ ਦਿਲ ਵਿੱਚ ਕੋਈ ਹੁਣ ਪੀੜਾ ਹੋਵੇ ਤੇ ਉਹ ਕਰੁਣਾ ਦੇ ਰਸ ਵਿੱਚ ਭਿੱਜ ਗਈ ਹੈ। अशर पात सो चीर बगोवा जन दुख अपनो मिल मल धोवा। ਹੁਣ ਬਹੁਤ ਜ਼ਿਆਦੇ ਹੁਣ ਹੰਝੂ ਹੈ ਜਿਹੜੇ ਅਸਰੂਪਾਤ ਮੈਨੇ ਕਹਿੰਦਾ ਹੰਝੂ ਹੁਣ ਬਹੁਤ ਕੇਰੇ ਹੈ ਤੇ ਹੁਣ ਮਾਤਾ ਜੀ ਦੀ ਚੁੰਨੀ ਭਿੱਜ ਗਈ ਹੈ ਤੇ ਮਾਨੋ ਹੁਣ ਉਹਨਾਂ ਨੇ ਮਲ ਕੇ ਆਪਣੇ ਹੁਣ ਦੁੱਖ ਨੂੰ ਹੁਣ ਧੋਇਆ ਹੋਵੇ। बहुर बहस कर पिता बसावा निज दुख क्रम क्रम सब सुनावा। ਹਾਂ ਫਿਰ ਆਪਣੇ ਪਿਤਾ ਜੀ ਨੂੰ ਦੇ ਕੋਲ ਬੈਠ ਕੇ ਬਿਠਾਇਆ ਹੈ ਤੇ ਆਪਣੇ ਹੁਣ ਦੁੱਖ ਦੀ ਹੁਣ ਇਕੱਲੀ ਜਿਹੜੀ ਗੱਲ ਹੈ ਉਹਨੂੰ ਹੁਣ ਸੁਣਾਇਆ ਹੈ। ਮੋਚਤ ਲੋਚਨ ਬੂੰਦਨ ਨੀਰਾ ਕਹਿਤ ਬਚਨ ਕੋ ਹੋਤ ਅਧੀਰਾ। ਹਾਂ ਨੇਤਰਾਂ ਦੇ ਵਿੱਚ ਹੁਣ ਬਹੁਤ ਪਾਣੀ ਹੁਣ ਡਿੱਗ ਰਿਹਾ ਹੈ। ਗੱਲਾਂ ਕਰ ਕੇ ਹੁਣ ਉਹਨਾਂ ਦਾ ਜਿਹੜਾ ਚਿੱਤ ਹੈ ਬਹੁਤ ਅਧੀਰਾ ਮੈਨੇ ਵਿਆਕੁਲ ਹੋ ਰਿਹਾ ਸੀ। ਸੁਨ ਪਿਤ ਭਲੇ ਸੰਗ ਹੋਂ ਲਾਈ ਜਹ ਨਿਕੇਤ ਕੀ ਚਿੰਤਨ ਕਾਈ। ਹਾਂ ਅੱਗੋਂ ਕਹਿਣ ਲੱਗੇ ਹੁਣ ਸੁਣ ਪਿਤ ਭਲੇ ਸੰਗ ਹੋ ਲਾਈ। ਪਿਤਾ ਜੀ ਸੁਣੋ, ਤੁਸੀਂ ਮੈਨੂੰ ਚੰਗੇ ਹੁਣ ਬੰਦੇ ਦੇ ਹੁਣ ਲੜ ਲਾਇਆ ਹੈ ਜਿਹਨੇ ਹੁਣ ਆਪਣੇ ਘਰ ਦੀ ਕੋਈ ਵੀ ਚਿੰਤਾ ਨਹੀਂ। ਕਰ ਸਨ ਬੰਦ ਡੋਬ ਤੁਮ ਦੀਨੀ ਪੂਰਬ ਜਨਮ ਕਰਮ ਮਹੀਨੀ। ਹਾਂ ਮਾਤਾ ਸੁਲੱਖਣੀ ਜੀ ਆਪਣੇ ਪਿਤਾ ਜੀ ਦੇ ਤਾਈਂ ਤਾਨਾ ਦੇ ਰਹੇ ਹੈ ਵੀ ਤੁਸੀਂ ਇਹ ਮੇਰਾ ਸੰਬੰਧ ਇੱਥੇ ਕਿਉਂ ਜੋੜਿਆ ਹੈ, ਤੁਸੀਂ ਮੈਨੂੰ ਡੋਬ ਹੀ ਦਿੱਤਾ ਹੈ ਤੇ ਹੁਣ ਇਹ ਤਾਂ ਕੋਈ ਮੇਰੇ ਹੁਣ ਪੂਰਬਲੇ ਕਰਮਾਂ ਦੀ ਕੋਈ ਭੁੱਲ ਹੈ। ਮਾਸ ਏਕ ਦੋ ਬਹਿਰ ਬਿਤਾਵਹਿ ਕਵਨ ਸਦਨ ਮਹਿ ਬਦਨ ਦਿਖਾਵਹਿ। ਹਾਂ ਇਹ ਤਾਂ 1-2 ਮਹੀਨੇ ਹੁਣ ਬਾਹਰ ਹੀ ਰਹਿੰਦੇ ਹੈ ਤੇ ਇਹ ਤਾਂ ਘਰੇ ਕਿਤੇ ਹੁਣ ਆਉਂਦੇ ਹੀ ਨਹੀਂ, ਇਹ ਤਾਂ ਮੁੱਖ ਵੀ ਨਹੀਂ ਦਿਖਾਉਂਦੇ। ਜੋ ਨਿਸ ਬਸੈ ਆਨ ਪਰਦੇਸੀ ਔਰ ਨਿਰਮੋਹ ਰੀਤ ਤਹਿ ਤੈਸੀ। ਹਾਂ ਜਿਵੇਂ ਕੋਈ ਪਰਦੇਸੀ ਆ ਕੇ ਰਾਤ ਕੱਟਦਾ ਹੈ ਨਾ ਤੇ ਜਿਹਦੇ ਅੰਦਰ ਕੋਈ ਹੁਣ ਮਮਤਾ ਨਹੀਂ ਹੁੰਦੀ, ਕੋਈ ਉਹਦੇ ਅੰਦਰ ਕੋਈ ਪਿਆਰ ਦਾ ਵਿਹਾਰ ਨਹੀਂ ਹੁੰਦਾ, ਇਸੇ ਤਰ੍ਹਾਂ ਅਨਗਨ ਧਨ ਆਪਨ ਪਰਨ ਸੰਕਾ ਕੋ ਸਮਝਾਏ ਨ ਰਹਿ ਅਸੰਸੰਕਾ। ਹੁਣ ਆਪਨ ਮੈਨੇ ਮੋਦੀਖਾਨੇ ਤੇ ਕਿੰਨਾ ਹੀ ਧਨ ਆਉਂਦਾ ਹੈ ਤੇ ਸਾਰਾ ਕੁਝ ਉਹ ਕਮਾਈ ਕਰਕੇ ਬਾਹਰ ਹੀ ਲੁਟਾ ਰਹੇ ਹੈ। ਗ੍ਰਸਤ ਰੀਤ ਤੇ ਨੀਤ ਕੁਡਾਲੀ ਮਾਨੋ ਬਨਿਓ ਫਜੁਲ ਇਨਸਾਲੀ। ਹਾਂ ਤੇ ਇਹਨਾਂ ਦੇ ਤਾਂ ਹੀ ਹੁਣ ਕੋਈ ਹੁਣ ਜਿਹੜਾ ਹੁਣ ਗ੍ਰਸਤ ਧਰਮ ਹੈ ਹੁਣ ਉਹਦੇ ਤਾਂ ਹੀ ਹੁਣ ਕੋਈ ਇਹ ਹੁਣ ਨਹੀਂ ਉਹ ਕਰ ਰਹੇ ਕਾਰ ਵਿਹਾਰ ਉਸ ਤਰ੍ਹਾਂ। ਹੁਣ ਮੇਰੇ ਤਾਂ ਹੀ ਇਸ ਗੱਲ ਦਾ ਬਹੁਤ ਭਾਰੀ ਸੰਦੇਹ ਹੈ, ਸੰਸਾ ਹੈ। ਮੇਲੀ ਸਦਾ ਵਿਸਾਲ ਫਕੀਰਨ ਘਰ ਕੀ ਬੂਝੈ ਪੀਰ ਅਪੀਰਨ। ਤੇ ਇਹ ਤਾਂ ਹੁਣ ਘਰ ਦੀ ਸਾਰ ਨਹੀਂ ਲੈਂਦੇ, ਇਹਨਾਂ ਦਾ ਤਾਂ ਜਿਹੜਾ ਮੇਲ ਜੋੜਾ ਫਕੀਰਾਂ ਦੇ ਨਾਲ ਮੰਗਤਿਆਂ ਦੇ ਨਾਲ ਹੈ ਤੇ ਹੁਣ ਇਹਨਾਂ ਦੇ ਤਾਂ ਹੀ ਹੁਣ ਘਰ ਦੇ ਕੋਈ ਦੁੱਖ ਸੁੱਖ ਦੀ ਸਾਰ ਨਹੀਂ। ਨਹਿਰ ਚੰਕ ਪਰਮੰਪ ਸਤਕਾਰਾ ਸਾਹੋਂ ਹਿਰਦੈ ਸਦ ਹੀ ਦੁਖ ਭਾਰਾ। ਤੇ ਹੁਣ ਇਹਨਾਂ ਦਾ ਤਾਂ ਮੇਰੇ ਪ੍ਰਤੀ ਹੁਣ ਹਿਰਦੇ ਦੇ ਵਿੱਚ ਰਦਾ ਜਿੰਨਾ ਵੀ ਆਦਰ ਨਹੀਂ ਹੈ ਤੇ ਮੈਂ ਤਾਂ ਸਦਾ ਹੀ ਹੁਣ ਭਾਰੀ ਦੁੱਖ ਨੂੰ ਸਹਿ ਰਹੀ ਹਾਂ। ਸੁਨਤ ਸੁਤਾ ਕੇ ਬੈਨ ਦੁਖਾਰੇ ਮੂਲੇ ਅਸਰ ਸਲੋਚਨ ਡਾਰੇ। ਹੁਣ ਆਪਣੀ ਪੁੱਤਰੀ ਮਾਤਾ ਸੁਲੱਖਣੀ ਦੀਆਂ ਗੱਲਾਂ ਸੁਣ ਕੇ ਨਾ ਬਾਬਾ ਮੂਲ ਚੰਦ ਨੂੰ ਵੀ ਬਹੁਤ ਦੁੱਖ ਹੋਇਆ ਹੈ, ਉਹਨਾਂ ਦੇ ਵੀ ਅੱਖਾਂ ਦੇ ਵਿੱਚੋਂ ਪਾਣੀ ਵਗਿਆ ਹੈ। ਜਰ ਬਰ ਗਇਓ ਹਿਰਦੇ ਕੇ ਮਾਹੀ ਅਧਿਕ ਰੋਸ ਕਰ ਕੈ ਪਛਤਾਹੀ। ਬਹੁਤ ਹੁਣ ਅੰਦਰ ਹੁਣ ਰੋਸਾ ਹੋਇਆ ਹੈ, ਮਨ ਹੁਣ ਜਲ ਬਲਿਆ ਹੈ
ਤੇ ਹੁਣ ਬਹੁਤ ਆਪਣੇ ਕੀਤੇ ਤੇ ਪਛਤਾਵਾ ਹੋਇਆ। ਕਾਲੂ ਕਿਆ ਮੂਲਾ ਜੋ ਕ੍ਰੋਧੀ, ਨਹਿ ਜਾਣੈ ਸ਼੍ਰੀ ਨਾਨਕ ਸੋਧੀ। ਹਾਂ, ਤੇ ਹੁਣ ਸੋਚ ਰਿਹਾ ਜੇ ਹੁਣ ਜਿਹੜੇ ਮੂਲ ਚੰਦ ਜੀ ਹੈ ਉਹ ਹੁਣ ਕਿਹਦੇ ਕੋਲੇ ਆਪਣਾ ਹੁਣ ਜਿਹੜਾ ਦੁੱਖ ਹੈ ਉਹ ਰੱਖਣ, ਕਿਉਂਕਿ ਹੁਣ ਕਾਲੂ ਜੀ ਤਾਂ ਹੁਣ ਆਪ ਬਹੁਤ ਗੁੱਸੇ ਵਾਲੇ ਹੈ, ਤੇ ਹੁਣ ਆਪਣੇ ਤਾਈਂ ਉਹ ਹੁਣ ਕਿਹਦੇ ਤਾਈਂ ਹੁਣ ਇਹ ਖਬਰ ਕਰਨ। ਹਿਰਦੇ ਸੁਤਾ ਕੇ ਧੀਰਜ ਦੀਨਾ, ਉਠਿਓ ਆਪ ਰਿਸ ਮੈਂ ਮਨ ਲੀਨਾ। ਹੁਣ ਆਪਣੀ ਪੁੱਤਰੀ ਨੂੰ ਹੁਣ ਬਾਬਾ ਮੂਲ ਚੰਦ ਨੇ ਧੀਰਜ ਦਿੱਤਾ ਤੇ ਗੁੱਸੇ ਦੇ ਵਿੱਚ ਉੱਠੇ ਹੈ, ਤੇ ਬਹੁਤ ਮਨ ਹੁਣ ਗੁੱਸੇ ਦੇ ਕਰਕੇ ਉਚਾਟ ਹੋਇਆ ਹੈ। ਗਇਓ ਜੈ ਰਾਮ ਪਾਸ ਤਤਕਾਲਾ, ਮੁਖ ਬੋਲਤ ਦੁਰਭਾਗ ਵਿਸਾਲਾ। ਛੇਤੀ ਦੇ ਨਾਲ ਹੁਣ ਵੱਖਰੇ ਘਰ ਵਿੱਚ ਰਹਿ ਰਹੇ ਸੀ ਨਾ ਗੁਰੂ ਨਾਨਕ ਸਾਹਿਬ, ਇੱਥੋਂ ਉੱਠ ਕੇ ਹੁਣ ਬੇਬੇ ਨਾਨਕੀ ਦੇ ਘਰੇ ਗਿਆ ਹੈ, ਤੇ ਭਾਈ ਜੈ ਰਾਮ ਜੀ ਦੇ ਕੋਲ ਜਾ ਕੇ ਬਹੁਤ ਹੁਣ ਭੈੜੇ ਬੋਲਣ ਲੱਗਿਆ ਹੈ। ਤਹਿ ਛਿਨ ਸ਼੍ਰੀ ਨਾਨਕ ਜੈ ਰਾਮ, ਬੈਸੇ ਏਕ ਥਾਨ ਅਗਰਾਮ। ਅੱਜ ਜਦੋਂ ਉੱਥੇ ਪਹੁੰਚੇ ਤੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਵਿਰਾਜ ਰਹੇ ਹੈ, ਤੇ ਕੋਲੇ ਭਾਈ ਜੈ ਰਾਮ ਜੀ ਵੀ ਬੈਠੇ ਸੀ। ਜਬ ਹੈ ਬਿਲੋਕਿਓ ਮੂਲਾ ਆਵਾ, ਸਨਮਾਨਿਓ ਆਸਨ ਬੈਸਾਵਾ। ਹਾਂ, ਜਿਉਂ ਹੀ ਬਾਬਾ ਮੂਲ ਚੰਦ ਜੀ ਨੇ ਤੱਕਣਾ ਕੀਤਾ, ਉਹਨਾਂ ਨੇ ਬੜਾ ਸਨਮਾਨ ਦੇ ਕਰਕੇ ਉਹਨਾਂ ਨੂੰ ਹੁਣ ਆਪਣੇ ਕੋਲੇ ਹੀ ਬਿਠਾਇਆ ਹੈ। ਬੈਸਤ ਬੋਲਿਓ ਗਿਰਾ ਕਠੋਰਾ, ਸੁਨ ਜੈ ਰਾਮ ਤੂੰ ਦੁਸ਼ਮਨ ਮੋਰਾ। ਹਾਂ, ਤੇ ਬਹਿੰਦੇ ਹੀ ਬਾਬਾ ਮੂਲ ਚੰਦ ਨੇ ਕਿਆ ਕਹਿਣ ਲੱਗੇ, ਜੈ ਰਾਮ ਤੂੰ ਮੇਰਾ ਦੁਸ਼ਮਣ ਹੈ। ਬੜੇ ਕਠੋਰ ਜਿਹੜੇ ਬਚਨ ਹੈ ਇਹ ਬੋਲਣਾ ਕੀਤੇ। ਪੂਰਬ ਜਨਮ ਸਤਤਾ ਤੇਰੀ, ਜਾਂ ਤੇ ਦਸ਼ਾ ਕਰੀ ਅਸ ਮੇਰੀ। ਕਹਿਣ ਲੱਗੇ ਤੇਰੀ ਤਾਂ ਕੋਈ ਮੇਰੇ ਨਾਲ ਪਿਛਲੇ ਜਨਮ ਦੀ ਦੁਸ਼ਮਣੀ ਸੀ, ਇਸ ਵਾਸਤੇ ਤੂੰ ਮੇਰਾ ਇਹੋ ਜਿਹਾ ਹਾਲ ਕਰ ਦਿੱਤਾ ਹੈ। ਯਹ ਜੋ ਸਦਾ ਫਕੀਰਨ ਸੰਗੀ, ਤਾਂ ਕੇ ਹੇਤ ਸੁਤਾ ਮੁਰ ਮੰਗੀ। ਕਹਿਣ ਲੱਗਾ ਜਿਹੜਾ ਤੇਰੇ ਕੋਲ ਬੈਠਾ ਹੈ ਇਹ ਤਾਂ ਸਦਾ ਹੀ ਹੁਣ ਮੰਗਤਿਆਂ ਦਾ ਫਕੀਰਾਂ ਦਾ ਸਾਥੀ ਹੈ, ਤੇ ਇਸ ਨਾਲ ਮੇਰੀ ਪੁੱਤਰੀ ਦਾ ਸਾਕ ਕਰ ਦਿੱਤਾ, ਰਿਸ਼ਤਾ ਕਰ ਦਿੱਤਾ। ਬਨ ਹੈ ਫਕੀਰ ਏਕ ਦਿਨ ਮਾਹੀ, ਰੁਚਿਤ ਕਰਹਿ ਸਭ ਸੰਸੈ ਨਾਹੀ। ਹਾਂ, ਇਹ ਜ਼ਰੂਰ ਇੱਕ ਦਿਨ ਇਹ ਫਕੀਰ ਇਹ ਮੰਗਤਾ ਹੀ ਬਣ ਜਾਏਗਾ, ਕਿਉਂਕਿ ਇਹਦੀ ਜਿਹੜੀ ਰੁਚੀ ਹੈ ਨਾ ਇਹ ਹੁਣ ਹੈ ਹੀ ਉਸ ਪਾਸੇ ਮੰਗਤਿਆਂ ਦੇ ਨਾਲ ਰਹਿਣਾ, ਤੇ ਮੈਨੂੰ ਇਸ ਗੱਲ ਦੇ ਉੱਤੇ ਹੁਣ ਰਤਾ ਜਿੰਨਾ ਵੀ ਸੰਦੇਹ ਨਹੀਂ ਹੈ। ਜਾਂ ਕੋ ਜਾਂ ਸੋ ਲਾਗਿਓ ਹੇਤਾ, ਬਨਤ ਸੋ ਤਸ ਕਹਿ ਸੁਮਤ ਨਕੇਤਾ। ਹਾਂ, ਤੁਸੀਂ ਤਾਂ ਕਹਿੰਦੇ ਸੀ ਇਹ ਬਹੁਤ ਬੁੱਧੀਮਾਨ ਹੈ, ਬਹੁਤ ਸ਼੍ਰੇਸ਼ਟ ਹੈ, ਪਰ ਇਹਦਾ ਤਾਂ ਕਹਿੰਦੇ ਹੁਣ ਇਹਦਾ ਜਿਹੜਾ ਹੈ ਨਾ ਵਣਜ ਵਿਹਾਰ ਵਾਲਾ, ਇਹ ਤਾਂ ਹੁਣ ਉਧਰ ਹੀ ਇਹਦਾ ਧਿਆਨ ਜ਼ਿਆਦੇ ਹੈ। ਜੇ ਹਉ ਲੱਛਣ ਜਾਣਤ ਐਸੇ, ਸੁਤਾ ਸੰਬੰਧ ਕਰਤ ਕਹੋ ਕੈਸੇ। ਹਾਂ, ਜੇ ਹੁਣ ਮੈਂ ਇਹਦੇ ਇਹੋ ਜਿਹੇ ਲੱਛਣ ਪਹਿਲਾਂ ਜਾਣਦਾ ਹੁੰਦਾ ਨਾ, ਤੇ ਆਪਣੀ ਪੁੱਤਰੀ ਦਾ ਮੈਂ ਰਿਸ਼ਤੇ ਇਹਦੇ ਨਾਲ ਕਿਉਂ ਕਰਦਾ। ਆਪਨ ਪਰ ਆਵਤ ਬਹੁ ਦਰਬਾ, ਬਾਦ ਲੁਟਾਏ ਫਕੀਰਨ ਸ਼ਰਮ। ਮੋਦੀ ਖਾਨੇ ਤੇ ਕਿੰਨਾ ਧਾਨੇ ਕਮਾਉਂਦਾ ਹੈ, ਤੇ ਸਾਰੇ ਹੀ ਜਾਈ ਹੁਣ ਮਾਰ ਮੰਗਤੇ ਫਕੀਰਾਂ ਫਕਰਾਂ ਨੂੰ ਇਹ ਲੁਟਾ ਦਿੰਦਾ ਹੈ। ਪੂਰਬ ਜਨਮ ਕਰੇ ਅਗ ਭਾਰੀ, ਭਇਓ ਜਮਾਤਾ ਤੋ ਦੁਖ ਤਾਕਾਰੀ। ਕਹਿਣ ਲੱਗੇ ਮੂਲ ਚੰਦ ਦੇ ਬੜੇ ਗੁੱਸੇ ਵਿੱਚ ਹੈ ਵੀ ਮੈਂ ਪਿਛਲੇ ਜਨਮ ਦੇ ਵਿੱਚ ਕੋਈ ਬਹੁਤ ਵੱਡੇ ਪਾਪ ਹੀ ਕੀਤੇ ਸਨ, ਜਿਹਦੇ ਕਰਕੇ ਮੈਨੂੰ ਹੁਣ ਐਡਾ ਦੁੱਖਦਾਇਕ ਜਵਾਈ ਮਿਲਿਆ ਹੈ। ਨੈਗਨ ਮਮ ਤਨਿਆ ਸਨਮਾਨਾ, ਕਿਨਹਿ ਨ ਸਮਝਾਇਓ ਕਿਆ ਜਾਨਾ। ਹਾਂ, ਮੇਰੀ ਪੁੱਤਰੀ ਦਾ ਤਾਂ ਰਤਾ ਜਿੰਨਾ ਵੀ ਸਨਮਾਨ ਨਹੀਂ ਹੈ, ਕੀ ਜਾਣੇ ਇਸ ਨੂੰ ਕੋਈ ਕੀ ਸਮਝਾਇਆ ਹੀ ਨਹੀਂ। ਭਈ ਦੀਨ ਨਿਤ ਰਹਿਤ ਦੁਖਾਰੀ, ਮਮ ਆਗੇ ਨਿਜ ਬ੍ਰਿਥਾ ਉਚਾਰੀ। ਹਾਂ, ਮੇਰੀ ਪੁੱਤਰੀ ਤੇ ਹੁਣ ਰੋਜ਼ ਕਿੰਨੀ ਦੁਖੀ ਹੋ ਰਹੀ ਹੈ, ਕਿੰਨੀ ਉਹ ਕਮਜ਼ੋਰ ਹੋ ਗਈ ਹੈ, ਉਹਨੇ ਮੈਨੂੰ ਆਪਣਾ ਸਾਰਾ ਦੁਖੜਾ ਦੱਸਿਆ ਹੈ। ਉਪਾਲਮ ਨਿਸ਼ਠੁਰ ਯੁਗ ਸਾਨੀ, ਸੁਣੀ ਜੈ ਰਾਮ ਸਰੋਨ ਸਭ ਬਾਨੀ। ਹਾਂ, ਜੈ ਰਾਮ ਜੀ ਨੇ ਸਾਰੀ ਗੱਲ ਸੁਣੀ ਹੈ, ਜਿਹੜੀ ਬਹੁਤ ਹੀ ਕਠੋਰਤਾ ਦੇ ਨਾਲ ਤੇ ਬਹੁਤ ਜ਼ਿਆਦਾ ਹੁਣ ਉਲਾਂਭੇ ਭਰੇ ਜਿਹੜੇ ਹੁਣ ਬਚਨ ਸੀ ਉਹ ਆਪਣੇ ਕੰਨਾਂ ਨਾਲ ਸੁਣੇ। ਮਹਿਤਾ ਜੀ ਨਾ ਕੀਜੈ ਰੋਸੂ, ਦੋਸ ਅਰ ਪਉ ਨਹਿ ਬਿਨ ਦੋਸੂ। ਹਾਂ, ਤੇ ਅੱਗੋਂ ਕਹਿਣ ਲੱਗੇ ਭਾਈ ਜੈ ਰਾਮ ਮਹਿਤਾ ਜੀ ਗੁੱਸੇ ਨਾ ਹੋਵੋ, ਹੁਣ ਤੁਸੀਂ ਕਾਹਦੇ ਤੇ ਸਾਡੇ ਤੇ ਹੁਣ ਇੰਨਾ ਕ੍ਰੋਧਿਤ ਹੋ ਰਹੇ ਹੋ। ਹੁਣ ਭੂਰਾ ਹੁਣ ਤੁਸੀਂ ਕਿਉਂ ਹੁਣ ਆਪਣੇ ਤੇ ਕਲੰਕ ਲਵਾ ਰਹੇ ਹੋ। ਕਿਸੂ ਵਸਤ ਕੀ ਕਮੀ ਨ ਆਜੂ, ਦਇਓ ਵਿਧਾਤਾ ਸਰਬ ਸਮਾਜੂ। ਕਹਿਣ ਲੱਗੇ ਕਿਸੇ ਗੱਲ ਦੀ ਅੱਜ ਤੱਕ ਕੋਈ ਕਮੀ ਨਹੀਂ ਹੈ,
ਵਿਧਾਤਾ ਨੇ ਸਾਰੀਆਂ ਪਰਮੇਸ਼ਵਰ ਨੇ ਹੁਣ ਵਸਤੂਆਂ ਦਿੱਤੀਆਂ ਹੋਈਆਂ ਹੈ। ਆਸਨ ਬਸਨ ਭੂਖਨ ਧਨ ਭਾਰੀ ਖਰਚ ਹੈ ਖਾਵਹਿ ਸੁਤਾ ਤੁਮਾਰੀ। ਕਹਿਣ ਲੱਗੇ ਆਸਨ ਬਸਨ, ਹੁਣ ਨਾ ਭੋਜਨ ਦੀ ਕਮੀ ਹੈ, ਨਾ ਕੱਪੜਿਆਂ ਦੀ ਕਮੀ, ਨਾ ਗਹਿਣਿਆਂ ਦੀ, ਨਾ ਕੋਈ ਖਾਣ ਪੀਣ ਦੀ। ਹੁਣ ਤੁਹਾਡੀ ਪੁੱਤਰੀ ਤਾਂ ਹੀ ਹੁਣ ਕੋਈ ਕਮੀ ਨਹੀਂ, ਉਹ ਤਾਂ ਬੇਅੰਤ ਹੀ ਧਨ ਪਦਾਰਥ ਖਰਚਦੀ ਹੈ। ਜਾਹੇ ਵਸਤੂ ਕੋ ਕਾਜ ਜੋ ਊਰਾ ਉਚਰਹੁ ਆਪ ਕਰੋ ਮੈਂ ਪੂਰਾ। ਹਾਂ, ਜੇ ਕਿਸੇ ਹੁਣ ਵਸਤੂ ਦੀ ਕੋਈ ਕਮੀ ਹੈ ਤਾਂ ਤੁਸੀਂ ਦੱਸੋ, ਉਹ ਮੈਂ ਹੁਣੇ ਪੂਰੀ ਕਰ ਦੇਵਾਂਗਾ। ਮਦਰ ਬਿਨਾ ਪ੍ਰਸੰਸਾ ਸਾਲੀ ਸੁਨ ਮੂਲਾ ਪਾਸੀ ਤਲ ਚਾਲੀ। ਹਾਂ, ਤੇ ਹੁਣ ਜਦੋਂ ਭਾਈ ਜੈ ਰਾਮ ਜੀ ਨੇ ਬੜੇ ਮਿੱਠੇ ਤੇ ਪ੍ਰਸ਼ੰਸਾ ਦੇ ਭਰਪੂਰ ਇਹ ਸ਼ਬਦ ਬੋਲੇ ਨਾ, ਤੇ ਸੁਣ ਮੂਲਾ ਪਾ ਸੀਤਲ ਚਾਲੀ। ਹੁਣ ਬਾਬਾ ਮੂਲ ਚੰਦ ਨੂੰ ਹੁਣ ਕੁਝ ਸਕੂਨ ਮਿਲਿਆ, ਉਹ ਸ਼ਾਂਤ ਹੋਏ ਹੈ। ਉਤੋ ਕ੍ਰੋਧ ਮਨ ਪਾਵਕ ਜੈਸੇ ਬਚਨ ਜੈ ਰਾਮ ਮਿਲੇ ਜਲ ਤੈਸੇ। ਹਾਂ, ਜਿਹੜੇ ਹੁਣ ਬਚਨ ਬਹੁਤ ਗੁੱਸੇ ਦੇ ਵਾਂਗ ਸੀ, ਜਿਹੜੇ ਹੁਣ ਅੱਗ ਦੀ ਨਿਆਈ ਸੀ, ਤੇ ਜਦੋਂ ਹੀ ਭਾਈ ਮੂਲ ਚੰਦ ਜੀ ਨੇ ਹੁਣ ਸੁੰਦਰ ਤੇ ਪ੍ਰੇਮ ਜਿਹੇ ਬਚਨ ਬੋਲੇ, ਤੇ ਉਹਨਾਂ ਨੇ ਹੁਣ ਬਾਲਦੀ ਅੱਗ ਉੱਪਰ ਹੁਣ ਪਾਣੀ ਜਿਹਾ ਕੰਮ ਕੀਤਾ। ਕਮਲ ਨੈਣ ਮੁਖ ਤੂਸ਼ਣ ਰਾਖੀ ਜਾਨ ਜਨਕ ਸਮਗਰੈ ਨ ਭਾਖੀ। ਆ ਤੇ ਕਮਲ ਨੈਣ ਭਾਵ ਸਤਿਗੁਰੂ ਦੇਵ ਜੀ ਹੁਣ ਚੁੱਪ ਹੀ ਰਹੇ। ਉਹਨਾਂ ਨੇ ਤੇ ਆਪਣੇ ਪਿਤਾ ਸਮਾਨ ਜਾਣ ਕੇ ਉਹਨੂੰ ਕੋਈ ਗੱਲ ਹੀ ਨਾ ਕਹੀ। ਇਕ ਨਿਸ ਬਸ ਕਰ ਸੁਤਾ ਆਵਾਸਾ ਦਈ ਧੀਰ ਕਹਿ ਕਰ ਸੁਖ ਰਾਸਾ। ਹਾਂ, ਇੱਕ ਰਾਤ ਇੱਥੇ ਰਹੇ ਹੈ, ਤੇ ਮੂਲ ਚੰਦ ਜੀ ਹੁਣ ਧੀਰਜ ਦੇ ਕੇ ਆਪਣੀ ਪੁੱਤਰੀ ਨੂੰ ਅਸੀਸ ਦੇ ਕੇ ਤੈਨੂੰ ਸੁਖ ਪ੍ਰਾਪਤ ਹੋਵੇ। ਪੁਨ ਗਮਨਿਓ ਨਿਜ ਨਗਰ ਮਜਾਰਾ ਸਭ ਬ੍ਰਿਤਾਂਤ ਢਿਗ ਪਤਿਨ ਉਚਾਰਾ। ਆ ਤੇ ਫੇਰ ਬਾਬਾ ਕਲਿਆਣ ਬਾਬਾ ਮੂਲ ਚੰਦ ਜੀ ਪੁਨ ਗਮਨਿਓ ਨਿਜ ਨਗਰ ਮਝਾਰਾ, ਹੁਣ ਆਪਣੇ ਹੁਣ ਨਗਰ ਨੂੰ ਗਿਆ ਹੈ, ਤੇ ਸਾਰੀ ਗੱਲ ਜਾ ਕੇ ਹੁਣ ਇਉਂ ਆਪਣੇ ਘਰ ਵਾਲੀ ਤਾਈਂ ਦੱਸਦੇ ਹੈ। ਕੇਤਿਕ ਦਿਓਸ ਬੀਤੀ ਤੇ ਜਬ ਹੀ ਆਈ ਚਦੋਰਾਨੀ ਤਬ ਹੀ। ਹਾਂ, ਜਦੋਂ ਸਾਰੀ ਗੱਲ ਦੱਸੀ ਹੈ, ਕੁਝ ਕੁ ਦਿਨ ਬਤੀਤ ਹੋਏ ਹੈ, ਤੇ ਫੇਰ ਹੁਣ ਚੰਦੋ ਰਾਣੀ ਜੀ ਜਿਹੜੇ ਮਾਤਾ ਸੁਲੱਖਣੀ ਜੀ ਦੇ ਮਾਤਾ ਜੀ ਨੇ, ਉਹਨਾਂ ਨੇ ਆਉਣਾ ਇੱਥੇ ਸੁਲਤਾਨਪੁਰ ਕੀਤਾ ਹੈ। ਮਿਲੀ ਸੁਤਾ ਸੋ ਨੇਹੁ ਕਨੇਰਾ ਰੋਦਨ ਕਰਤ ਨੈਣ ਜਲ ਗੇਰਾ। ਹਾਂ, ਹੁਣ ਆ ਕੇ ਹੁਣ ਮਾਤਾ ਚੰਦੋ ਰਾਣੀ ਜੀ ਨੇ ਆਪਣੀ ਪੁੱਤਰੀ ਨੂੰ ਮਿਲਣਾ ਕੀਤਾ ਹੈ, ਤੇ ਅੱਗੋਂ ਪੁੱਤਰੀ ਨੇ ਰੋਦਨ ਕਰਤ ਨੈਣ ਜਲ ਗੇਰਾ, ਬਹੁਤ ਰੋਈ ਹੈ ਮਾਤਾ ਸੁਲੱਖਣੀ ਦੇ ਅੱਖਾਂ 'ਚ ਬਹੁਤ ਹੰਝੂ ਕੇਰੇ ਹੈ। ਬੋਲਤ ਬਚਨ ਹੈ ਹੋਏ ਦੁਖਾਰੀ ਹੈ ਬਿਦ ਕਿਉ ਸਿਰ ਜੀ ਜਗ ਨਾਰੀ। ਆ ਤੇ ਬਹੁਤ ਦੁਖੀ ਹੋ ਕੇ ਹੁਣ ਬੋਲ ਰਹੀ ਹੈ, ਹੇ ਵਿਧਾਤਾ, ਹੇ ਅਕਾਲ ਪੁਰਖ, ਤੂੰ ਜਗਤ ਦੇ ਵਿੱਚ ਨਾਰੀ ਇਸਤਰੀ ਨੂੰ ਬਣਾਏ ਕਿਉਂ, ਇਹਦੀ ਸਿਰਜਣੇ ਕਿਉਂ ਕੀਤੀ ਹੈ। ਹੁਣ ਮਾਤਾ ਸੁਲੱਖਣੀ ਇਉਂ ਤਾਨੇ ਦੇ ਰਹੇ ਹੈ। ਪ੍ਰਾਦੀਨ ਨਿਤ ਦੁਸ਼ੈ ਕਲੇਸਾ ਲੇਕਰ ਜਨਮਤ ਸਭ ਹੈ ਅੰਦੇਸਾ। ਹੁਣ ਇਹ ਜਿਹੜੀ ਇਸਤਰੀ ਹੈ ਅਪਰਾਧਹੀਨ, ਹੁਣ ਇਹ ਸਦਾ ਹੀ ਹੁਣ ਪਰਾਏ ਦੇ ਅਧੀਨ ਰਹਿੰਦੀ ਹੈ, ਐਸਾ ਹੁਣ ਕਸ਼ਟਾਂ ਵਿੱਚ ਰਹਿੰਦੀ ਹੈ, ਤੇ ਨਾਲੇ ਸਾਰੀਆਂ ਚਿੰਤਾਵਾਂ ਦੇ ਵਿੱਚ ਹੀ ਇਹ ਜੰਮਦੀ ਹੈ। ਬੈਸ ਸੁਲੱਖਣੀ ਕਰ ਔਰ ਧੀਰਾ ਕਹਿਣ ਲਗੀ ਨਿਜ ਦੁਖ ਗੰਭੀਰਾ। ਆ ਤੇ ਬੈਸ ਸੁਲੱਖਣੀ ਕਰ ਔਰ ਧੀਰਾ, ਹੁਣ ਮਾਤਾ ਚੰਦੋ ਰਾਣੀ ਨੇ ਕਿਹਾ ਪੁੱਤਰੀ ਬੈਠ ਜਾ, ਹੁਣ ਤੂੰ ਥੋੜਾ ਧੀਰਜ ਤੇ ਕਰ। ਹੁਣ ਆਪਣੇ ਕਹਿਣ ਲੱਗੀ ਨਿਜ ਦੁਖ ਗੰਭੀਰਾ, ਹੁਣ ਆਪਣੇ ਡੂੰਘੇ ਦੁੱਖ ਨੂੰ ਮਾਤਾ ਦੇ ਕੋਲੇ ਬੈਠ ਕੇ ਨਾ ਹੁਣ ਮਾਤਾ ਸੁਲੱਖਣੀ ਜੀ ਕਹਿਣ ਹੋਰ ਲੱਗੇ ਹੈ। ਸੁਨਹੁ ਮਾਤ ਪਤ ਕੀ ਵਿਪਰੀਤਾ ਦਰਬ ਸਰਬ ਬਾਧਹਿ ਖੁਐ ਨੀਤਾ। ਕਹਿਣ ਲੱਗੀ ਮਾਤਾ ਜੀ ਮੇਰੀ ਗੱਲ ਤਾਂ ਸੁਣੋ, ਮੇਰੇ ਪਤੀ ਨੇ ਦੇਖੋ ਕਿੱਡੀ ਹੁਣ ਪੁੱਠੀ ਚਾਲ ਨੂੰ ਫੜਿਆ ਹੋਇਆ, ਸਾਰਾ ਧਨ ਪਦਾਰਥ ਕਮਾਉਂਦਾ ਹੈ, ਤੇ ਸਾਰਾ ਰੋਜ਼ ਹੀ ਵਿਅਰਥ ਗਵਾ ਆਉਂਦਾ ਹੈ। ਕਬ ਕਬ ਸਦਨ ਹੈ ਬਦਨ ਦਿਖਾਵਾ ਆਪਨ ਪਰ ਦਿਨ ਰਹਿਣ ਬਿਤਾਵਾ। ਹਾਂ, ਘਰੇ ਵੀ ਕਦੇ ਕਤਾਈ ਆਉਂਦੇ ਹੈ, ਆਪਣਾ ਮੂੰਹ ਦਿਖਾਲਦੇ ਹੈ, ਤੇ ਦਿਨ ਰਾਤ ਮੁੱਦੀ ਖਾਨੇ ਤੇ ਕੱਢੇ ਆਉਂਦੇ ਸਮਾਂ ਹੈ। ਗ੍ਰਸਤੀ ਰੀਤ ਨ ਧਾਮੈ ਏਕਾ ਧਨ ਸੰਚਨ ਤੇ ਆਦ ਅਨੇਕਾ। ਹਾਂ, ਹੁਣ ਮੇਰੇ ਪਤੀ ਵਿੱਚ ਹੁਣ ਇੱਕ ਵੀ ਗ੍ਰਸਤੀਆਂ ਵਾਲੀ ਹੁਣ ਮਰਿਆਦਾ ਨਹੀਂ ਹੈ, ਤੇ ਨਾ ਹੀ ਕੋਈ ਧਨ ਜੋੜਨ ਦੀ ਕੋਈ ਉਹਨਾਂ ਨੂੰ ਕੋਈ ਸਮਝ ਹੈ। ਸੁਨਤ ਸੁਤਾ ਬਚ ਚੰਦੋ ਰਾਨੀ ਭਈ ਕਰੋਧ ਕੇ ਮਤ ਗਲਤਾਨੀ। ਹਾਂ, ਜਦੋਂ ਮਾਤਾ ਸੁਲੱਖਣੀ ਨੇ ਉਹਨੂੰ ਪੂਰੀਆਂ ਗੱਲਾਂ ਕਹੀਆਂ ਨਾ ਆਪਣੇ ਬੰਦਿਓਂ, ਤੇ ਗੱਲਾਂ ਸੁਣ ਸੁਣ ਕੇ ਮਾਤਾ ਜਿਹੜੀ ਚੰਦੋ ਰਾਣੀ ਹੈ
ਇਹ ਵੀ ਬਹੁਤ ਜ਼ਿਆਦਾ ਲੋਹੀ ਲਾਖੀ ਹੋਈ ਹੈ, ਬਹੁਤ ਕ੍ਰੋਧਿਤ ਹੋਈ ਹੈ। ਗਵਨੀ ਸਦਨ ਨਾਨਕੀ ਜਹਵਾ ਕੁਸ਼ਲ ਪ੍ਰਸੰਨ ਕਰ ਬੈਸੀ ਤਹਿਵਾ। ਹਾਂ, ਗਵਨੀ ਸਦਨ ਨਾਨਕੀ ਜਹਵਾ, ਜਿੱਥੇ ਬੇਬੇ ਨਾਨਕੀ ਦਾ ਘਰ ਸੀ ਨਾ ਉਧਰ ਨੂੰ ਚੱਲੀ ਹੈ, ਪਹੁੰਚੀ ਹੈ। ਤੇ ਕੁਸ਼ਲ ਪ੍ਰਸੰਨ ਕਰ ਬੈਸੀ ਤਹਿਵਾ, ਸੁੱਖ ਸ਼ਾਂਤ ਪੁੱਛ ਲੈਂਦੀ ਹੈ ਬੇਬੇ ਨਾਨਕੀ ਦੀ। ਔਰ ਬੇਬੇ ਨਾਨਕੀ ਵੀ ਅੱਗੋਂ ਸਾਰੀ ਗੱਲ ਦੱਸਦੇ ਹੈ ਤੇ ਕੋਲੇ ਆਦਰ ਦੇ ਕੇ ਬਿਠਾ ਲੈਂਦੇ ਹੈ। ਕ੍ਰੋਧ ਕੀਏ ਪੁਨ ਬੋਲੀ ਬੈਨਾ ਤੁਮ ਔਰ ਡਰ ਪਰਮੇਸ਼ਰ ਹੈ ਨਾ। ਆ ਬਸ ਪੈਂਦੇ ਸਾਡੀ ਮਾਤਾ ਚੰਦੋ ਰਾਣੀ ਨੇ ਕਿਹਾ, ਬੜੇ ਗੁੱਸੇ ਵਿੱਚ ਬੋਲੀ, ਹੁਣ ਤੁਹਾਨੂੰ ਤਾਂ ਰਤਾ ਜਿੰਨਾ ਵੀ ਉਹ ਪਰਮੇਸ਼ਰ ਦਾ ਅਕਾਲ ਪੁਰਖ ਦਾ ਡਰ ਨਹੀਂ। ਕਿਸ ਪ੍ਰਕਾਰ ਕੋ ਠਾਨਿਓ ਮਤਾ ਦਾਸੀ ਕਿਉ ਰਾਖੀ ਮਮ ਸੁਤਾ। ਹਾਂ, ਹੁਣ ਤੁਸੀਂ ਪਤਾ ਨਹੀਂ ਕਿਹੋ ਜਿਹਾ ਹੁਣ ਮਤਾ ਹੁਣ ਇੱਥੇ ਪਕਾਇਆ ਹੋਇਆ ਹੈ। ਮੇਰੀ ਪੁੱਤਰੀ ਦਾ ਤੁਸੀਂ ਨੌਕਰਾਨੀ ਦੇ ਵਾਂਗ ਰੱਖੀ ਹੋਈ ਹੈ। ਨਿਜ ਭਰਾਤਾ ਕੋ ਨਹਿ ਸਮਝਾਵਹਿ ਸਰਬ ਦਰਬ ਕੋ ਵਹਿਰ ਲੁਟਾਵਹਿ। ਆ ਤੂੰ ਆਪਣੇ ਭਰਾ ਨੂੰ ਕੋਈ ਸ਼ੁਭ ਸਿੱਖਿਆ ਨਹੀਂ ਦੇ ਸਕਦੀ, ਉਹ ਸਾਰਾ ਧਨ ਪਦਾਰਥ ਬਾਹਰ ਹੀ ਗਵਾ ਰਿਹਾ ਹੈ। ਤੁਮਰੇ ਸਰਸ ਨ ਹਿਰਦੈ ਕੋਈ ਜੇਠਾ ਦੁਖੀ ਸੁਤਾ ਮਮ ਹੋਈ। ਹਾਂ, ਹੁਣ ਤੁਹਾਡੇ ਹਿਰਦੇ ਵਿੱਚ ਕੋਈ ਹੁਣ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੈ। ਹੁਣ ਮੇਰੀ ਪੁੱਤਰੀ ਕਿੰਨੀ ਦੁਖੀ ਹੈ। ਨਾਤਾ ਤਬ ਜੈ ਰਾਮ ਕਰਵਾਇਆ ਅਬ ਤਹ ਕੋ ਨਹਿ ਕਿਉ ਸਮਝਾਇਆ। ਹਾਂ, ਉਦੋਂ ਰਿਸ਼ਤਾ ਤਾਂ ਜੈ ਰਾਮ ਨੇ ਕਰਵਾ ਦਿੱਤਾ ਤੇ ਹੁਣ ਸਮਝਾਉਂਦਾ ਕਿਉਂ ਨਹੀਂ। ਹੁਣ ਇਉਂ ਹੁਣ ਮਾਤਾ ਚੰਦੋ ਰਾਣੀ ਬੜੇ ਗੁੱਸੇ ਵਿੱਚ ਕਹਿ ਰਹੇ ਹੈ। ਦੋਹਰਾ ਆਨ ਸਦਨ ਸੁਧ ਲੇਤ ਨਹਿ ਆਨਨ ਕਹਿ ਨ ਬੈਨ ਦਰਬ ਨ ਰਾਖੈ ਨਿਕਟ ਕਛੂ ਹਿਰਦੈ ਵਿਖੇ ਕਛੂ ਭੈਨ। ਹਾਂ, ਨਾ ਉਹ ਘਰ ਆਉਂਦਾ ਹੈ, ਨਾ ਮੇਰੀ ਪੁੱਤਰੀ ਦੀ ਕੋਈ ਖਬਰ ਲੈਂਦਾ ਹੈ, ਨਾ ਕੋਈ ਮੁੱਖ ਉਹਦੇ ਨਾਲ ਕੋਈ ਗੱਲਬਾਤ ਕਰਦਾ ਹੈ, ਤੇ ਨਾ ਕੋਈ ਹੁਣ ਬਚਿਆ ਹੋਇਆ ਧਨ ਪਦਾਰਥ ਹੀ ਹੁਣ ਉਹਨੂੰ ਲਿਆ ਕੇ ਦਿੰਦਾ ਹੈ। ਚੌਪਈ ਗਿਰਾ ਨਾਨਕੀ ਸਰੋਨਨ ਸੁਣੀ ਸਠ ਕਰ ਮਾਨਿਕ ਤਿਉ ਬਿਦ ਗੁਣੀ। ਹਾਂ, ਗਿਰਾ ਨਾਨਕੀ ਸਰੋਨਣ ਸੁਣੀ। ਹੁਣ ਮਾਤਾ ਬੇਬੇ ਨਾਨਕੀ ਜੀ ਨੇ ਸਾਰੀਆਂ ਗੱਲਾਂ ਕੰਨਾਂ ਨਾਲ ਸੁਣੀ ਹੈ। ਸਠ ਕਰ ਮਾਨਿਕ ਤਿਉ ਬੁੱਧ ਗੁਣੀ। ਹੁਣ ਜਿਵੇਂ ਹੁਣ ਮੂਰਖ ਦੇ ਹੱਥ ਵਿੱਚ ਮਾਨਕ ਹੋਵੇ, ਹੁਣ ਉਹਨੂੰ ਕੋਈ ਸਮਝ ਥੋੜ੍ਹੀ ਹੁੰਦੀ ਹੈ। ਹੁਣ ਇਹੋ ਜਿਹੀ ਦਸ਼ਾ ਦੇ ਜੋ ਦੇਖੀ ਹੈ ਨਾ ਚੰਦੋ ਰਾਣੀ ਜੀ ਦੀ। ਬੋਲੀ ਮ੍ਰਿਦੁਲ ਮਾਧੁਰੀ ਬਾਣੀ ਸੁਨ ਮਾਸੀ ਤੂੰ ਪਰਮ ਸਿਆਣੀ। ਤੇ ਹੁਣ ਕੀ ਕਹਿਣ ਲੱਗੇ, ਬੜੇ ਮਿੱਠੇ ਬੋਲ ਹੁਣ ਕੋਮਲ ਸ਼ਬਦਾਂ ਦੇ ਵਿੱਚ ਬੋਲੇ। ਸੁਣ ਮਾਸੀ, ਹੁਣ ਮਾਸੀ ਜੀ ਸੁਣੋ, ਤੂੰ ਪਰਮ ਸਿਆਣੀ, ਤੁਸੀਂ ਕਿੱਡੇ ਸਿਆਣੇ ਹੋ। ਕਿਆ ਸਮਝਾਵੋ ਮੈਂ ਪਲ ਬਾਤਾ ਕੋਕ ਕਰਮ ਨਹਿ ਕਰਹੀ ਭਰਾਤਾ। ਹਾਂ, ਦੱਸੋ ਮਾਸੀ ਜੀ, ਹੁਣ ਮੈਂ ਹੁਣ ਕੀ ਸਮਝਾਵਾਂ ਮੇਰੇ ਭਰਾ ਤਾਈ। ਹੁਣ ਉਹ ਕਿਹੜਾ ਕੋਈ ਮਾੜਾ ਕੋਈ ਕਰਮ, ਕਹਿੰਦੇ ਕੋਈ ਮਾੜਾ ਕਰਮ ਕਰਦਾ, ਉਹ ਕਿਹੜਾ ਕੋਈ ਮਾੜਾ ਕਰਮ ਕਰਦਾ ਹੈ। ਤਸ ਕਰ ਸੰਗ ਨ ਕਰਹਿ ਸਤੇਈ ਜੂਪ ਨ ਖੇਲਤ ਸੁਰ ਨ ਪੇਈ। ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਵੀ ਨਾ ਕੋਈ ਮੇਰਾ ਭਰਾ ਚੋਰਾਂ ਦਾ ਸੰਗ ਕਰਦਾ ਹੈ, ਨਾ ਉਹਨਾਂ ਨਾਲ ਰਲ ਕੇ ਕੋਈ ਚੋਰੀ ਕਰਦਾ ਹੈ, ਨਾ ਉਹ ਕੋਈ ਜੂਆ ਖੇਡਦਾ, ਨਾ ਹੀ ਉਹ ਕੋਈ ਸ਼ਰਾਬ ਪੀਂਦਾ ਹੈ। ਪਰ ਨਾਰਨ ਸੋ ਨਹਿ ਬਿਬਚਾਰੀ ਬਿਸੈ ਬਾਸਨਾ ਔਰ ਤੇ ਟਾਰੀ। ਆ ਤੇ ਨਾ ਹੀ ਮੇਰਾ ਭਰਾ ਕੋਈ ਹੁਣ ਬਿਵਚਾਰੀ ਹੈ। ਹੁਣ ਉਹ ਕਿਹੜਾ ਕੋਈ ਪਰਾਈ ਇਸਤਰੀ ਦਾ ਕੋਈ ਸੰਗ ਕਰਦਾ ਹੈ। ਰਤਾ ਜਿੰਨੀ ਉਹਦੇ ਤਾਂ ਹੀ ਕੋਈ ਵਿਸ਼ੇ ਬਾਸਨਾ ਨਹੀਂ। ਲੋਭੀ ਕ੍ਰੋਧੀ ਲੰਪਟ ਨਾਹੀ ਸੁਪਨ ਬੇਕਾਰ ਨ ਮਨ ਉਪਜਾਹੀ। ਆ ਤੇ ਮੇਰੇ ਭਰਾਤਾ ਦੇ ਤਾਂ ਹੀ ਨਾ ਉਹ ਲੋਭੀ ਹੈ, ਨਾ ਉਹ ਕ੍ਰੋਧੀ ਹੈ, ਤੇ ਲੰਪਟ ਕਹਿੰਦੇ ਆ ਲਫੰਗਾ, ਨਾ ਹੀ ਉਹ ਕੋਈ ਲਫੰਗਾ ਹੈ। ਤੇ ਮੇਰੇ ਭਾਈ ਦੇ ਤਾਈ ਦਾ ਸੁਪਨੇ ਵਿੱਚ ਵੀ ਬੇਕਾਰ ਨਹੀਂ ਜੇ ਕੋਈ ਪਾਉਂਦਾ। ਤੇ ਕੋ ਕਰਮ ਮਹਿ ਸੋਦਰ ਫੇਰੋ ਤਉ ਸਮਝਾਵਨ ਬਨ ਹੈ ਮੇਰੋ। ਹਾਂ, ਜੇ ਕੋਈ ਮੇਰਾ ਭਰਾ ਇਹੋ ਜਿਹਾ ਕੋਈ ਮਾੜਾ ਕਰਮ ਕਰਦਾ ਹੋਵੇ, ਕੋਈ ਚੋਰੀ ਕਰਦਾ ਹੋਵੇ, ਕੋਈ ਵਿਸ਼ੇ ਵਿਕਾਰੀ ਉਹ ਜੀਵਨ ਭੋਗਦਾ ਹੋਵੇ, ਫਿਰ ਤੇ ਮੈਂ ਉਹਨੂੰ ਸਮਝਾਵਾਂ। ਹੁਣ ਮੰਦਾ ਕੰਮ ਜਦੋਂ ਕੋਈ ਇਹੋ ਜਿਹਾ ਕਰਦਾ ਹੀ ਨਹੀਂ। ਭਲੋ ਬਿਲੋਕ ਹੋ ਤਾਹੇ ਸੁਭਾਉ ਜਹ ਮਹਿ ਰੰਚਕ ਦੋਸ ਨ ਕਾਉ। ਹਾਂ, ਮੈਂ ਤਾਂ ਉਹਦਾ ਭਲਾ ਚੰਗਾ ਸੁਭਾਅ ਵੇਖਦੀ ਹਾਂ, ਜਿਸ ਕਰਕੇ ਹੁਣ ਰਤਾ ਜਿੰਨਾ ਵੀ ਉਹਦੇ 'ਚ ਕੋਈ ਮੈਨੂੰ ਦੋਸ਼ ਨਜ਼ਰ ਨਹੀਂ ਆਉਂਦਾ। ਮਹਾ ਸੁਸ਼ੀਲੰ ਕਰੁਣਾ ਖਾਨੀ ਅਸਨ ਬਸਨ ਰੰਕਨ ਕੋ ਦਾਨੀ। ਹਾਂ, ਉਹ ਤਾਂ ਸਦਾ ਹੀ ਬਹੁਤ ਹੁਣ ਆਪਣੇ ਤਾਂ ਹੀ ਸ਼ਰੀਫ ਹੈ, ਕਿਰਪਾ ਦੀ ਖਾਨ ਹੈ। ਹੁਣ ਗਰੀਬਾਂ ਨੂੰ ਰੋਟੀ ਕੱਪੜਾ ਸਦਾ ਹੀ ਦਾਨ ਦਿੰਦਾ ਹੈ। ਪਰ ਦੁਖ ਪਿਖ ਨਹਿ ਜਾਤ ਸਹਾਰਾ ਸੁਖ ਦਾਨੀ ਜਿਉ ਬ੍ਰਿਖ ਉਪਕਾਰਾ। ਹਾਂ, ਉਹ ਤਾਂ ਹੁਣ ਪਰਾਇਆ ਦੁੱਖ ਵੇਖ ਕੇ ਸਹਾਰਿਆ ਨਹੀਂ ਜਾਂਦਾ।
ਤੇ ਉਹਦਾ ਤਾਂ ਹੁਣ ਸੁਭਾਅ ਹੁਣ ਬਿਰਛ ਵਰਗਾ ਹੈ, ਜਿਵੇਂ ਬਿਰਛ ਦਾ ਹੁਣ ਸੁਭਾਅ ਹੈ ਛਾਂ ਦੇਣੀ ਫਲ ਫੁੱਲ ਦੇਣੇ, ਇਉਂ ਹੁਣ ਮੇਰੇ ਭਰਾਤਾ ਦਾ ਸੁਭਾਅ ਹੈ। ਆਤਪ ਤਪਤੰ ਸਿਰ ਪਰ ਲੇਤਾ ਕਰ ਛਾਇਆ ਪੰਖੀ ਸੁਖ ਦੇਤਾ। ਹਾਂ ਹੁਣ ਬਿਰਛ ਦਾ ਹੁਣ ਕੀ ਸੁਭਾਅ ਹੁੰਦਾ, ਆਪ ਤਾਂ ਬਿਰਛ ਹੁਣ ਸਿਰ ਤੇ ਸਾਰੀ ਧੁੱਪ ਝੱਲਦਾ ਹੈ, ਪਰ ਦੂਜਿਆਂ ਨੂੰ ਰਾਹੀਆਂ ਨੂੰ ਹੁਣ ਪਾਂਧੀਆਂ ਨੂੰ ਪੰਛੀਆਂ ਨੂੰ ਉਹ ਸੁੱਖ ਦਿੰਦਾ ਹੈ। ਇਉਂ ਕਰ ਕੈ ਨਿਜ ਹਾਥ ਕਮਾਈ ਸਭ ਸੰਤਨ ਕੋ ਦੇਤ ਖੁਆਈ। ਹਾਂ ਇਸੇ ਤਰ੍ਹਾਂ ਹੀ ਮੇਰਾ ਭਾਈ ਹੁਣ ਆਪਣੇ ਹੱਥੀਂ ਨੇਕ ਕਮਾਈ ਕਰਦਾ ਹੈ, ਤੇ ਹੁਣ ਆਏ ਹੋਏ ਅਤੀਥੀਆਂ ਮਹਿਮਾਨਾਂ ਤਾਈਂ ਲੋੜਵੰਦਾਂ ਤਾਈਂ ਸਾਧੂ ਸੰਤਾਂ ਤਾਈਂ ਉਹ ਖੁਆਲ ਦਿੰਦਾ ਹੈ। ਮਨ ਹੋ ਭਗਤ ਨਿਜ ਧਰਿਓ ਸਰੂਪਾ ਕਿੰਦੋ ਗਿਆਨ ਤਨ ਕੀਨ ਅਨੂਪਾ। ਹਾਂ ਮਾਨੋ ਇਹਨਾਂ ਨੇ ਤਾਂ ਭਗਤੀ ਦਾ ਸਰੂਪ ਹੀ ਧਾਰਨ ਕੀਤਾ ਹੋਇਆ ਹੈ, ਤੇ ਜਾਂ ਉਹ ਗਿਆਨ ਦਾ ਹੁਣ ਸ੍ਰੇਸ਼ਟ ਉਹਨਾਂ ਨੇ ਸੋਹਣਾ ਸਰੂਪ ਧਾਰਿਆ ਹੈ। ਜੇ ਕੋ ਨੀਕੇ ਕਰਮਨ ਲਾਗਾ ਤਹ ਹੋ ਰਹਿ ਸੋ ਹੋਤ ਕੁਭਾਗਾ। ਅਤੇ ਜੇਕਰ ਕੋਈ ਉਹ ਚੰਗੇ ਕੰਮ ਵਿੱਚ ਲੱਗਿਆ ਹੋਇਆ ਹੋਵੇ ਤੇ ਫਿਰ ਉਹਨੂੰ ਉਸ ਨੂੰ ਹੁਣ ਕਿਵੇਂ ਰੋਕਿਆ ਜਾ ਸਕਦਾ ਹੈ। ਹੁਣ ਕੋਈ ਮਾੜਾ ਕਰਮ ਕਰੇ ਤਾਂ ਉਹਨੂੰ ਰੋਕਦੇ ਵੀ ਅਸੀਂ ਸੋਹਣੇ ਲੱਗਦੇ ਹਾਂ। ਤਨ ਭਾਗ ਕਰੇ ਤੁਮ ਵਿਦਾਤਾ ਜਿਨ ਕੋ ਐਸੋ ਬਨਿਓ ਜਮਾਤਾ। ਕਹਿਣ ਲੱਗੀ ਬੇਬੇ ਨਾਨਕੀ ਤੁਹਾਡੇ ਤਾਂ ਪਰਮੇਸ਼ਰ ਦੇ ਤਾਂ ਹੀ ਕੋਈ ਚੰਗਾ ਹੀ ਕਰਮ ਕੀਤਾ ਹੋਇਆ ਜਿਹਦੇ ਕਰਕੇ ਤੁਹਾਨੂੰ ਐਡਾ ਨੇਕ ਜਵਾਈ ਮੇਰੇ ਭਰਾਤਾ ਜਿਹਾ ਮਿਲਿਆ ਹੈ। ਅਨੇਕ ਕੁਲਨ ਕੋ ਕਰਹਿ ਉਦਾਰਾ ਸ਼ਾਂਤ ਰੂਪ ਕੈ ਨਾਸ ਵਿਕਾਰਾ। ਹਾਂ ਤੇ ਇਹ ਤਾਂ ਵਿਕਾਰਾਂ ਦੇ ਨਾਸ਼ ਕਰਤਾ ਨੇ, ਸ਼ਾਂਤੀ ਦੇ ਸਵਰੂਪ ਨੇ। ਇਹ ਤਾਂ ਕਈ ਕੁੱਲਾਂ ਦਾ ਉਦਾਹਰਨ ਕਰਨਗੇ, ਪਰ ਸਤਸੰਗੀ ਜਨੋ ਕਈ ਕੁੱਲਾਂ ਦਾ ਕੀ, ਸਤਿਗੁਰੂ ਨਾਨਕ ਸਾਹਿਬ ਨੇ ਤਾਂ ਜਿਨ੍ਹਾਂ ਨੇ ਉਹਨਾਂ ਦਾ ਦਰਸ਼ਨ ਪਾਇਆ ਉਹ ਤਾਂ ਗਰਭਾਸ ਵਿੱਚ ਪਏ ਕੋਈ ਨਹੀਂ। ਇਸੇ ਲਈ ਤਾਂ ਬਚਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਨਾ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਤੇ ਉਹ ਹੈ, ਪਰ ਇੱਥੇ ਨੂੰ ਚੰਦੋ ਰਾਣੀ ਜੀ ਨੂੰ ਬਾਬਾ ਮੂਲ ਚੰਦ ਜੀ ਨੂੰ ਸਮਝ ਨਹੀਂ ਹੈ, ਪਰ ਭੈਣ ਨਾਨਕੀ ਨੂੰ ਸਮਝ ਹੈ। ਤੇ ਬੜੇ ਹੁਣ ਨਿਮਰਤਾ ਦੇ ਸਹਿਤ ਇਹ ਉਹ ਬੇਨਤੀ ਸਰੂਪ ਗੱਲਾਂ ਕਹਿ ਰਹੇ ਹੈ। ਜਾਂ ਕੇ ਸਰਸ ਉਦਾਰਨ ਕੋ ਪਸਰਿਓ ਸੁਜਸ ਸਰਬ ਦੁਖ ਖੋ। ਹਾਂ ਹੁਣ ਇਹਨਾਂ ਦੇ ਵਰਗਾ ਤਾਂ ਹੁਣ ਦੂਜਾ ਖੁੱਲ੍ਹਦਿਲੀ ਵਾਲਾ ਸਾਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਹਨਾਂ ਨੇ ਤਾਂ ਸਾਰਿਆਂ ਦੇ ਦੁੱਖ ਹੀ ਖਤਮ ਕਰ ਦਿੱਤੇ ਹੈ, ਸਾਰੇ ਪਾਸੇ ਇਹਨਾਂ ਦਾ ਸੁੰਦਰ ਭਾਰੀ ਜਸ ਹੋ ਰਿਹਾ ਹੈ। ਕਬ ਹੈ ਨ ਘਾਟਾ ਲੇਖੇ ਆਵਾ ਅਨੇਕ ਵਾਰ ਬਾਦੋ ਬਹੁ ਪਾਵਾ। ਹਾਂ ਹੁਣ ਕਿਤੇ ਵੀ ਇਹਨਾਂ ਦੇ ਹਿਸਾਬ ਦੇ ਵਿੱਚ ਕੋਈ ਕਮੀ ਨਹੀਂ ਆਈ, ਕਿੰਨੇ ਵਾਰ ਹਿਸਾਬ ਕਿਤਾਬ ਹੋਇਆ, ਹਰ ਵਾਰ ਇਹਨਾਂ ਵੱਲ ਹੀ ਪੈਸੇ ਵਧਦੇ ਰਹੇ। ਪੁਨ ਤੁਮ ਭਾਖਤ ਸੁਤਾ ਹਮਾਰੀ ਸਰਬ ਬਾਤ ਤੇ ਰਹਿਤ ਦੁਖਾਰੀ। ਅਤੇ ਹੁਣ ਪੁੰਨ ਕਹੀਏ ਫਿਰ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਪੁੱਤਰੀ ਹੁਣ ਬਹੁਤ ਗੱਲਾਂ ਕਰਕੇ ਦੁਖੀ ਰਹਿੰਦੇ। ਦੱਸੋ ਤਾਂ ਸਹੀ ਹੁਣ ਕਿਹੜੀ ਗੱਲ ਹੈ। ਕਹੇ ਕੌਣ ਪਦਾਰਥ ਹੀਨੀ ਜਾਂ ਤੇ ਦੁਖੀ ਸੁਤਾ ਨਿਜ ਚੀਨੀ। ਦੱਸੋ ਤਾਂ ਸਹੀ ਕਿਹੜੀ ਚੀਜ਼ ਦਾ ਹੁਣ ਦੀ ਕਮੀ ਹੈ, ਹੁਣ ਕਿਹੜੀ ਚੀਜ਼ ਦੀ ਹੁਣ ਤੁਹਾਡੀ ਪੁੱਤਰੀ ਦੇ ਤਾਈਂ ਕੋਈ ਸਮੱਸਿਆ ਹੈ। ਸਰਬ ਵਸਤੂ ਭਰਾਤਾ ਨੇ ਦੀਨੀ ਖਰਚਨ ਖਾਨ ਅਤੋਟਹ ਕੀਨੀ। ਹਾਂ ਮੇਰੇ ਭਾਈ ਨੇ ਹੁਣ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ, ਖਾਣ ਖਰਚਣ ਦੀ ਕੋਈ ਕਮੀ ਨਹੀਂ ਹੈ, ਪਰ ਤੁਸੀਂ ਕਿਹੜੀ ਗੱਲ ਦੇਖੀ ਹੈ ਜਿਹਦੇ ਕਰਕੇ ਤੁਹਾਡੀ ਪੁੱਤਰੀ ਦੁਖੀ ਹੈ। ਨਾਨਾ ਅਸਨ ਬਸਨ ਬਹੁ ਦੀਨੇ ਸੁੰਦਰ ਭੂਖਨ ਭੂਖਤ ਕੀਨੇ। ਹਾਂ ਮੇਰੇ ਭਾਈ ਨੇ ਅਨੇਕਾਂ ਪ੍ਰਕਾਰ ਦੇ ਹੁਣ ਸੁੰਦਰ ਗਹਿਣੇ ਵਸਤਰ ਤੇ ਹੁਣ ਨਾਨਾ ਪ੍ਰਕਾਰ ਦੇ ਭੋਜਨ ਹੁਣ ਪਰੋਸਣ ਦੇ ਲਈ ਸਮਗਰੀ ਲਿਆ ਕੇ ਦਿੱਤੀ ਹੋਈ ਹੈ। ਏਕ ਫਿਕਰ ਕੋ ਜਿਕਰ ਨ ਕੋ ਚਾਹੇ ਜੋ ਹੋਏ ਪੁਚਾਵਹਿ ਸੋ। ਹਾਂ ਹੁਣ ਇੱਕ ਕਿਸੇ ਗੱਲ ਦਾ ਵੀ ਤੁਹਾਡੀ ਪੁੱਤਰੀ ਤਾਈਂ ਕੋਈ ਫਿਕਰ ਨਹੀਂ ਹੈ, ਤੇ ਜੇ ਕੋਈ ਇੱਛਾ ਕਰਦੀ ਹੈ ਤਾਂ ਪਹੁੰਚਾ ਵੀ ਦਿੰਦੇ ਹੈ। ਬਿਨਾ ਦੋਖ ਤੁਮ ਕਰੋ ਖੁਆਰਾ ਤੋ ਕਿਆ ਚੱਲ ਹੈ ਹਮਰੋ ਚਾਰਾ। ਹਾਂ ਤੁਸੀਂ ਤਾਂ ਬਿਨਾਂ ਕਿਸੇ ਦੋਸ਼ ਤੋਂ ਹੀ ਸਾਨੂੰ ਬਦਨਾਮ ਕਰ ਰਹੇ ਹੋ। ਤੋ ਕਿਆ ਚੱਲਾ ਹੈ ਹਮਾਰੋ ਚਾਰਾ, ਹੁਣ ਸਾਡਾ ਹੁਣ ਫਿਰ ਤੁਹਾਡੇ ਦੇ ਵੱਸ ਕੀ ਚੱਲ ਸਕਦਾ ਹੈ। ਸੁਨ ਮਾਸੀ ਅਸਮੰਜਸ ਗਾਥਾ ਹਮ ਬੋਲ ਹੈ ਜੇ ਤੁਮਰੇ ਸਾਥਾ। ਹੁਣ ਮਾਸੀ ਅਸਮੰਜਸ ਕਹੀਦਾ ਹੁਣੇ ਮੁਨਾਸਬ ਨਹੀਂ ਤੁਹਾਡੇ ਤਾਈਂ ਹੁਣ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਨੀਆਂ ਹੁਣ ਬਣਦੀਆਂ ਨਹੀਂ। ਅਸਬਜ ਸੁਨ ਕਰ ਚੰਦੋ ਰਾਨੀ ਭਾਈ ਤੁਸਨੀ ਆਏ ਨ ਬਾਨੀ। ਹੁਣ ਜਦੋਂ ਭੈਣ ਨਾਨਕੀ ਜੀ ਨੇ ਸਾਰੀਆਂ ਗੱਲਾਂ ਕਹੀਆਂ ਨਾ,
ਹੁਣ ਚੰਦੋ ਰਾਣੀ ਜੀ ਨਿਰੁੱਤਰ ਹੋ ਗਏ ਹੈ। ਹੁਣ ਚੰਦੋ ਰਾਣੀ ਹੁਣ ਚੁੱਪ ਵੱਟ ਜਾਂਦੇ ਹੈ। ਜਿਉ ਤਕ ਆਗੇ ਅਗ ਅਰਗਾਈ ਉਤਰ ਬਾਤ ਨ ਆਵਤ ਕਾਈ। ਹਾਂ, ਜਿਉਂ ਤੱਕ ਆਗੇ ਅਗ ਅਰਗਾਈ। ਹੁਣ ਜਿਸ ਤਰ੍ਹਾਂ ਕਿਸੇ ਗਿਆਨੀ ਦੇ ਮੂਹਰੇ ਗਿਆਨੀ ਚੁੱਪ ਹੋ ਜਾਂਦਾ ਨਾ, ਉੱਤਰ ਦੇਣ ਦੀ ਸਮਰੱਥਾ ਨਹੀਂ ਰਹਿੰਦੀ। ਲੱਜਤ ਹੋਏ ਸੁਤਾ ਟਿਗ ਆਈ ਬੈਸ ਬਦਨ ਤੇ ਗਿਰਾ ਅਲਾਈ। ਹੁਣ ਇਉਂ ਹੁਣ ਕੋਈ ਗੱਲ ਨਹੀਂ ਨਾ, ਜਿਵੇਂ ਔੜਦੀ ਹੈ ਗਿਆਨੀ ਬੰਦੇ ਨੂੰ, ਉਹ ਸ਼ਰਮਸਾਰ ਹੋ ਜਾਂਦਾ। ਇਉਂ ਸ਼ਰਮਸਾਰ ਹੋ ਕੇ ਮਾਤਾ ਚੰਦੋ ਰਾਣੀ ਜਿਹੜੇ ਬੜੇ ਹੁਣ ਲੋਹੇ ਲਾਕੇ ਹੋ ਕੇ ਗਏ ਸੀ, ਆਪਣੀ ਪੁੱਤਰੀ ਦੇ ਕੋਲ ਆ ਜਾਂਦੀ ਹੈ। ਦੋਹਰਾ ਸੁਨ ਤਨੁ ਜਾਹਉ ਜਾਇ ਕੈ ਆਗੈ ਤੋਰ ਨਿਨਾਨ। ਓ ਪਾਲਮ ਬਹੁ ਬਿਦ ਕਹੇ ਤੋ ਕੋ ਦੁਖੀ ਪਰਮਾਨ। ਹਾਂ, ਸੁਣ ਤਨ ਜਾ ਪੁੱਤਰੀ ਸੁਣੋ, ਮੈਂ ਤੇਰੀ ਨਨਾਣ ਨਾਨਕੀ ਦੇ ਕੋਲ ਗਈ ਸੀ ਤੇ ਤੇਰੇ ਦੁਖੀ ਹੋਣ ਦੀਆਂ ਸਾਰੀਆਂ ਗੱਲਾਂ ਹੁਣ ਮੈਂ ਬਹੁਤ ਉਲਾਂਭੇ ਦੇ ਰੂਪ ਵਿੱਚ ਕਹੀਆਂ ਹੈ। ਚੌਪਈ ਸਾਚੋ ਉੱਤਰ ਤਿਸਨੈ ਦੀਨੋ ਮੁਝ ਬੋਲਨ ਤੇ ਤੂਸਨ ਕੀਨੋ। ਹਾਂ, ਉਹਨੇ ਮੈਨੂੰ ਹੁਣ ਸੱਚੇ ਸੱਚੇ ਉੱਤਰ ਦੇ ਦਿੱਤੇ ਹੈ ਤੇ ਮੈਨੂੰ ਨਿਰੁੱਤਰ ਕਰ ਦਿੱਤਾ ਹੈ। ਮੁਝ ਬੋਲਣ ਤੇ ਤੂਸਨ ਕੀਨੋ, ਮੈਨੂੰ ਉਹਨੇ ਚੁੱਪ ਕਰਾ ਦਿੱਤਾ। ਪੁੱਤਰ ਔਰ ਮੈਂ ਫੁਰਿਓ ਨ ਕੋ ਹੀਨ ਪਦਾਰਥ ਪਾਖੋ ਸੋ। ਹਾਂ, ਮੈਨੂੰ ਤਾਂ ਕੋਈ ਉੱਤਰ ਹੀ ਨਹੀਂ ਉਹਦੇ ਸਾਹਮਣੇ ਫੁਰਿਆ ਵੀ ਮੈਂ ਕੀ ਜਵਾਬ ਦੇਵਾਂ। ਹੁਣ ਜਿਸ ਕਿਸੇ ਪਦਾਰਥ ਦੀ ਹੁਣ ਕੋਈ ਕਮੀ ਹੈ ਹੀ ਨਹੀਂ। ਸੁਣੀ ਸੁਲਖਣੀ ਅਸ ਬਿਦ ਬਾਨੀ ਕਹਿਣ ਲਗੀ ਹੈ ਮਾਤ ਸਿਆਣੀ। ਜਦੋਂ ਮਾਤਾ ਸੁਲੱਖਣੀ ਨੇ ਆਪਣੀ ਮਾਤਾ ਦੀ ਇਹ ਗੱਲ ਸੁਣੀ ਤੇ ਅੱਗੋਂ ਕਹਿਣ ਲੱਗੀ, ਹੈ ਮਾਤਾ ਤੂੰ ਬਹੁਤ ਸਿਆਣੀ ਹੈ। ਆਸਨ ਬਸਨ ਭੂਖਨ ਬਰ ਜੇਤੇ ਸਰਬ ਪ੍ਰਕਾਰ ਦਏ ਮੁਝ ਤੇਤੇ। ਕਹਿਣ ਲੱਗੇ ਮਾਤਾ ਜੀ ਵੀ ਜਿੰਨੇ ਹੁਣ ਸੁੰਦਰ ਭੋਜਨ ਵਸਤਰ ਗਹਿਣੇ ਇਤਿਆਦਿ ਹੁਣ ਲੋੜੀਂਦੇ ਸਾਜੋ ਸਮਾਨ ਮੈਨੂੰ ਦਿੱਤੇ ਹੋਏ ਹਨ। ਅਵਰ ਵਾਸਤੂ ਕੀ ਕਮੀ ਨ ਮੋਕੋ ਹਿਰਦੇ ਜੋ ਦੁਖ ਸੋ ਪਾਖਤ ਤੋਕੋ। ਹਾਂ ਮਾਤਾ, ਮੈਨੂੰ ਇਹਨਾਂ ਕਿਸੇ ਚੀਜ਼ ਦੀ ਹੁਣ ਕੋਈ ਕਮੀ ਨਹੀਂ, ਕੋਈ ਘਾਟ ਨਹੀਂ। ਮੇਰੇ ਮਨ ਵਿੱਚ ਜੋ ਦੁੱਖ ਹੈ ਉਹ ਮੈਂ ਤੈਨੂੰ ਇਉਂ ਦੱਸਦੀ ਹਾਂ। ਕਬਹਿ ਪ੍ਰੀਤ ਕਰ ਆਏ ਨ ਸਦਨਾ ਮੁਝ ਸੋ ਬੋਲਿਓ ਬਹਿਸ ਨ ਬਦਨਾ। ਮਾਤਾ ਜੀ ਗੱਲ ਸੁਣੋ, ਹੁਣ ਉਹ ਘਰੇ ਕਿਤੇ ਆਏ ਹੀ ਆਉਂਦੇ ਹੀ ਨਹੀਂ। ਜੇ ਆਉਂਦੇ ਆ ਤਾਂ ਮੇਰੇ ਨਾਲ ਕੋਈ ਪ੍ਰੇਮ ਨਾਲ ਬੋਲਦੇ ਕੋਈ ਨਹੀਂ, ਕਿਤੇ ਖਿੜੇ ਮੱਥੇ ਹੱਸ ਕੇ ਮੇਰੇ ਨਾਲ ਗੱਲ ਹੀ ਨਹੀਂ ਕਰਦੇ। ਹਿਰਦੇ ਮਨੋਰਥ ਕਿਸ ਟਿਗ ਪਾਖੋਂ ਜਿਸ ਸੋ ਕਹਿ ਆਪਣੇ ਦੁਖ ਨਾਖੋਂ। ਹਾਂ, ਹਿਰਦੇ ਮਨੋਰਥ, ਹਿਰਦੇ ਮੈਨੇ ਮਨ ਦੀ ਰੀਝ ਮੈਂ ਕਿਹਦੇ ਕੋਲੇ ਆਖਾਂ। ਜਿਸ ਸੋ ਕਹਿ ਆਪਣੇ ਦੁੱਖ ਨਾ ਸੋਣ, ਮੈਂ ਕਿਹਨੂੰ ਕਹਾਂ ਆਪਦੇ ਅੰਦਰ ਦੀ ਗੱਲ, ਮੇਰਾ ਜਿਹੜਾ ਦੁੱਖ ਕੋਈ ਹਰੇ। ਨਿਤ ਪ੍ਰਤ ਚਿੰਤਾ ਮਾਹੇ ਬਿਤਾਉ ਨਿਜ ਬੇਦਨ ਜੀਰਾ ਤਪਤਾਉ। ਹਾਂ, ਇਹ ਨਿਤ ਪ੍ਰਤ ਹੁਣ ਇਹ ਹਰ ਰੋਜ਼ ਮੇਰਾ ਦਿਨ ਇਸੇ ਚਿੰਤਾ ਵਿੱਚ ਹੀ ਬਤੀਤ ਹੁੰਦਾ ਹੈ। ਤੇ ਨਿਜ ਬੇਦਨ ਕਹੀ ਹੁਣ ਪੀੜਾ ਮੈਂ ਹੁਣ ਕਿਹਦੇ ਤਾਈਂ ਦੱਸਾਂ। ਦੋਹਰਾ ਸੁਨਤ ਸੁਤਾ ਬਚ ਮਰਮ ਕੇ ਗਈ ਨਾਨਕੀ ਪਾਸ। ਸਰਬ ਬ੍ਰਿਥਾ ਬਰਨਨ ਕਰੀ ਨੀਕੀ ਰੀਤ ਪ੍ਰਕਾਸ਼। ਸੁਣਤ ਸੁਤਾ ਬਚ ਮਰਮ ਕੇ, ਹੁਣ ਭੇਤ ਦੀਆਂ ਸਾਰੀਆਂ ਮਰਮ ਦਾ ਮਤਲਬ ਨਾ ਭੇਤ ਦੀਆਂ ਗੁੱਝੀਆਂ ਗੱਲਾਂ ਸੁਣ ਕੇ ਨਾ ਚੰਦੋ ਰਾਣੀ ਜੀ ਹੁਣ ਵਾਪਸ ਫਿਰ ਭੈਣ ਨਾਨਕੀ ਦੇ ਕੋਲ ਜਾਂਦੇ ਹੈ ਤੇ ਸਰਬ ਬ੍ਰਿਥਾ ਵਰਣਨ ਕੀ ਕਰੀ। ਹੁਣ ਸਾਰੀ ਜਿਹੜੀ ਗੱਲ ਸੀ ਗੁੱਝੀ ਭੇਦ ਵਾਲੀ ਉਹ ਹੁਣ ਬੇਬੇ ਨਾਨਕੀ ਦੇ ਤਾਂ ਚੰਗੀ ਤਰ੍ਹਾਂ ਸੁਣਾਉਣਾ ਕੀਤੀ। ਚੌਪਈ ਕਹਿ ਨਾਨਕੀ ਮਾਸੀ ਸੁਣਿਐ ਤਹਿ ਸੁਭਾਏ ਨਿਸ਼ਠੁਰ ਬਹੁ ਜਨਿਐ। ਅੱਗੋਂ ਹੁਣ ਭੈਣ ਨਾਨਕੀ ਜੀ ਕਹਿਣ ਲੱਗੇ, ਮਾਸੀ ਜੀ ਸੁਣੋ, ਹੁਣ ਤੁਹਾਡੀ ਪੁੱਤਰੀ ਦਾ ਜਿਹੜਾ ਸੁਭਾਅ ਹੈ ਨਾ ਉਹ ਬੜੇ ਕਠੋਰ ਵਾਲਾ, ਨਿਸ਼ਠੁਰ ਮੈਂ ਦਾ ਭਾਵ ਹੁੰਦਾ ਕਠੋਰ ਵਾਲਾ। ਤੇ ਹੁਣ ਉਹ ਆਪਣੇ ਤਾਈਂ ਮਨ ਇਹ ਗੱਲ ਲਵੇ। ਕਰੋ ਆਵਾਹਨ ਹਉ ਕਹਿ ਕਾਲਾ ਨਹ ਆਵਹਿ ਤਹ ਯਾਬਿਦ ਚਾਲਾ। ਹਾਂ, ਜਿਹੜੇ ਵੇਲੇ ਮੈਂ ਉਹਨੂੰ ਸੱਦਦੀ ਹਾਂ ਤੇ ਉਹ ਹੁਣ ਤੁਹਾਡੀ ਪੁੱਤਰੀ ਮੇਰੇ ਕੋਲ ਆਉਂਦੀ ਕੋਈ ਨਹੀਂ ਚੱਲ ਕੇ। ਜੇ ਆਵਹਿ ਨਿਜ ਸਹਿਜ ਸੁਭਾਈ ਮਨੋ ਕ੍ਰੋਧ ਸੋ ਕਰਤ ਲੜਾਈ। ਹਾਂ, ਤੇ ਜੇ ਕਿਤੇ ਉਹ ਸਹਿਜ ਸੁਭਾ ਆ ਵੀ ਜਾਵੇ ਹੁਣ ਮੇਰੇ ਕੋਲੇ ਸੁਲੱਖਣੀ ਤਾਂ ਮੇਰੇ ਤਾਈਂ ਆ ਕੇ ਫਿਰ ਗੁੱਸੇ ਹੁੰਦੀ ਹੈ, ਮੇਰੇ ਤਾਈਂ ਝਗੜਾ ਕਰਦੀ ਹੈ। ਹਉ ਔਰ ਲਖ ਕਰ ਲਗ ਪਰਜਾਈ ਕਰੋ ਤੁਸਨੀ ਸਮਾਂ ਬਿਤਾਈ। ਤੇ ਅੱਗੋਂ ਫਿਰ ਮੈਂ ਉਹਨੂੰ ਆਪਣੀ ਲੱਗ ਭਰਜਾਈ ਲੱਗ ਕਹੀਦਾ ਛੋਟੇ ਤਾਈਂ ਭਰਜਾਈ ਮੈਨੇ ਵੀ ਮੈਂ ਉਹਨੂੰ ਆਪਣੀ ਛੋਟੀ ਭਰਜਾਈ ਜਾਣ ਕੇ ਤੇ ਕਰੋ ਤੁਸਨੀ ਤੇ ਮੈਂ ਚੁੱਪ ਵੱਟ ਜਾਂਦੀ ਹਾਂ ਤੇ ਸਮਾਂ ਬਤੀਤ ਕਰਦੀ ਹਾਂ।
ਸ਼ੋਭ ਖਤਰੀ ਕੀ ਤਨਿਆ ਕਰਕੇ ਕਛੂ ਨ ਬਦਨ ਤੇ ਕਹੂੰ ਵਿਚਰ ਕੇ। ਤੇ ਮਾਤਾ ਜੀ ਮੈਂ ਫਿਰ ਹੁਣ ਸ੍ਰੇਸ਼ਟ ਹੁਣ ਖੱਤਰੀ ਘਰਾਣੇ ਦੀ ਪੁੱਤਰੀ ਹੋਣ ਕਰਕੇ ਹੁਣ ਲੰਮੀ ਸੋਚ ਵਿਚਾਰ ਵਿੱਚ ਪੈ ਜਾਂਦੀ ਹੈ, ਜਿਹਦੇ ਕਰਕੇ ਮੁੱਖੋਂ ਕੁਝ ਨਹੀਂ ਉਹਨੂੰ ਕਹਿਣ ਲਈ। ਕਲਪ ਕਹਿ ਸਾਦਰ ਬੈਸਾਉ ਹਰ ਖਤ ਰਹਿ ਦੇਖ ਸੁਖ ਪਾਉ। ਹਾਂ ਕਲਪਤ ਕਹਿ ਸਾਦਰ ਬੈਸਾਉ। ਹੁਣ ਜੇ ਹੁਣ ਜੁਗਤ ਨਾਲ ਹੁਣ ਮਿੱਠੀ ਗੱਲ ਬਾਤ ਸਤਿਕਾਰ ਦੇ ਸਹਿਤ ਮੈਂ ਉਹਨੂੰ ਬਿਠਾਵਾਂ, ਉਹ ਖੁਸ਼ੀ ਦੇ ਨਾਲ ਆਵੇ, ਤੇ ਫਿਰ ਮੈਨੂੰ ਵੀ ਤਾਂ ਵੇਖ ਕੇ ਦੋਵਾਂ ਨੂੰ ਬਹੁਤ ਆਨੰਦ ਹੋਵੇ, ਖੁਸ਼ੀ ਹੋਵੇ। ਦੋਹਰਾ ਸੁਣ ਚੰਦੋ ਰਾਨੀ ਕਹਿਓ ਪਤ ਜੇ ਪਨ ਸ਼ੁਭ ਬੈਨ। ਹੀਨ ਬਸਨ ਭੂਖਨ ਦਿਆ ਤਦ ਪੈ ਸੁਖ ਦਿਨ ਰੈਨ। ਹਾਂ ਹੁਣ ਇਹ ਗੱਲ ਸੁਣ ਕੇ ਚੰਦੋ ਰਾਣੀ ਜੀ ਨੇ ਬੋਲਣਾ ਕੀਤਾ, ਜੇਕਰ ਪਤੀ ਚੰਗੇ ਬੋਲ ਭਾਵ ਪ੍ਰੇਮ ਦੇ ਸਹਿਤ ਬੋਲੇ ਤਾਂ ਫਿਰ ਬਿਨਾਂ ਵਸਤਰਾਂ ਤੋਂ ਬਿਨਾਂ ਗਹਿਣਿਆਂ ਤੋਂ ਵੀ ਇਸਤਰੀ ਹੁਣ ਸੁੱਖ ਦੇ ਨਾਲ ਦਿਨ ਕੱਟ ਲੈਂਦੀ ਹੈ। ਸੋਰਠਾ ਨਹਿਨ ਬਦਨ ਸਨਮਾਨ ਅਵਰ ਪਦਾਰਥ ਹੋਏ ਸਭ। ਜਲ ਬਿਨ ਜਿਉ ਕਨ ਜਾਨ ਬਾਦ ਹੋਨ ਤਿਨ ਕੋ ਤਥਾ। ਹਾਂ ਅੱਗੋਂ ਕਹਿਣ ਲੱਗੇ ਚੰਦੋ ਰਾਣੀ ਜੀ, ਜੇਕਰ ਹੁਣ ਉਹ ਹੁਣ ਮੂੰਹ ਦੁਆਰਾ ਆਦਰ ਹੀ ਨਾ ਦੇਵੇ, ਸਤਿਕਾਰ ਹੀ ਨਾ ਦੇਵੇ, ਹੋਰ ਭਾਵੇਂ ਹੁਣ ਸਾਰੇ ਉਹ ਪਦਾਰਥ ਦੇ ਦੇ ਗਹਿਣੇ ਗੱਟੇ ਕੋ ਸਭ ਕੁਝ ਹੀ ਮਿਲ ਜਾਏ, ਇਹ ਤਾਂ ਗੱਲ ਇਉਂ ਹੀ ਸਮਝ ਪੁੱਤਰੀ ਨਾਨਕੀ। ਜਿਸ ਤਰ੍ਹਾਂ ਹੁਣ ਬਦਲ ਤਾਂ ਹੋਣ ਪਰ ਹੁਣ ਉਹ ਪਾਣੀ ਤੋਂ ਬਿਰਥੇ, ਵੀ ਪਾਣੀ ਤੋਂ ਬਿਨਾਂ ਬਦਲਾਂ ਦਾ ਕੀ ਹੈ। ਹੁਣ ਇਹੋ ਜਿਹੀ ਦਸ਼ਾ ਹੈ। ਤੇ ਇੱਥੇ ਹੁਣ ਇਹ ਭੇਦ ਦੀਆਂ ਗੱਲਾਂ ਚੰਦੋ ਰਾਣੀ ਨੇ ਬੜੇ ਵਿਸਥਾਰ ਨਾਲ ਹੋਰ ਬੇਬੇ ਨਾਨਕੀ ਤਾਈਂ ਕਹਿਣੀਆਂ ਕੀਤੀਆਂ। ਚੌਪਈ ਕਬਨ ਸਦਨ ਮਹਿ ਬਦਨ ਦਿਖਾਵਹਿ ਨਿਸਬਾਸੁਰ ਸਭ ਬਹਿਰ ਬਿਤਾਵਹਿ। ਹਾਂ ਹੁਣ ਘਰ ਵਿੱਚ ਉਹ ਕਦੇ ਮੂੰਹ ਦਿਖਾਉਂਦੇ ਨਹੀਂ, ਦਿਨ ਤੇ ਰਾਤ ਦਾ ਸਾਰਾ ਸਮਾਂ ਬਾਹਰ ਹੀ ਤੁਹਾਡੇ ਭਰਾ ਤਾਂ ਬਤੀਤ ਕਰ ਦਿੰਦੇ ਹੈ। ਨਹਿ ਬੋਲਤ ਤਹ ਸੋ ਕਬ ਆਈ ਮਨ ਸਮਝੋ ਆਪਣੇ ਪਰਥਾਈ। ਹਾਂ ਤੇ ਜੇ ਹੁਣ ਤੇਰਾ ਪਤੀ ਹੁਣ ਸਾਰਾ ਦਿਨ ਹੀ ਬਾਹਰ ਕਾਰ ਵਿਹਾਰ ਵਿੱਚ ਹੀ ਸਮਾਂ ਬਤੀਤ ਕਰਿਆ ਆਵੇ, ਤੇ ਜੇ ਉਹ ਕਿਤੇ ਘਰੇ ਵੀ ਆਵੇ ਤੇ ਜੇ ਤੇਰੇ ਨਾਲ ਉਹ ਬੋਲੇ ਹੀ ਨਾ, ਤੇਰੇ ਤਾਂ ਹੀ ਕੋਈ ਉਹ ਗੱਲਬਾਤ ਹੀ ਨਾ ਕਰੇ, ਤਾਂ ਫਿਰ ਤੈਨੂੰ ਹੁਣ ਉਸ ਗੱਲ ਦਾ ਹੁਣ ਕਿੰਨਾ ਗੁੱਸਾ ਹੋਵੇਗਾ। ਸੁਨ ਪੁਨ ਭਨਤ ਨਾਨਕੀ ਬਾਣੀ ਮ੍ਰਿਦੁਲ ਮਦਰ ਗੁਣ ਗਨ ਜਨ ਖਾਨੀ। ਹਾਂ ਹੁਣ ਜਦੋਂ ਇਹ ਭੈਣ ਨਾਨਕੀ ਨੇ ਗੱਲ ਸੁਣੀ ਤੇ ਫਿਰ ਅੱਗੋਂ ਕਹਿਣ ਲੱਗੇ, ਬੇਬੇ ਨਾਨਕੀ ਜੀ ਮ੍ਰਿਦੁਲ ਮਦਰ ਗੁਣ ਗਨ ਜਨ ਖਾਨੀ। ਹੁਣ ਬੜੇ ਹੁਣ ਮਿੱਠੇ ਬੋਲ ਜਿਹੜੇ ਗੁਣਾਂ ਦੀ ਖਾਣ ਨੇ ਬੇਬੇ ਨਾਨਕੀ ਜੀ, ਇਉਂ ਹੁਣ ਕਹਿਣ ਲੱਗੇ ਹੈ। ਏ ਮਾਸੀ ਤੂੰ ਸਭ ਬਿਦ ਸਾਚੀ ਤਬ ਤਨਿਆ ਪੀ ਸਾਚ ਉਪਾਚੀ। ਕਹਿਣ ਲੱਗੇ ਹੇ ਮਾਸੀ ਤੇਰੀ ਹਰ ਇੱਕ ਗੱਲ ਹੀ ਸੱਚੀ ਹੈ। ਤਬ ਤਨਿਆ ਹੁਣ ਤੁਹਾਡੀ ਪੁੱਤਰੀ ਵੀ ਸਾਚ ਉਬਾਚੀ। ਹੁਣ ਮੇਰੀ ਭਰਜਾਈ ਤੁਹਾਡੀ ਪੁੱਤਰੀ ਸੁਲੱਖਣੀ ਵੀ ਸੱਚ ਹੀ ਆਖਦੀ ਹੈ। ਤਦ ਪੇ ਅਸ ਪ੍ਰਕਾਰ ਸਮਝਾਈਐ ਹੋਏ ਦੀਨ ਮਨ ਸੇਵ ਕਮਾਈਐ। ਹਾਂ ਤੇ ਤਾਂ ਤੇ ਹੁਣ ਤੁਸੀਂ ਆਪਣੀ ਪੁੱਤਰੀ ਨੇ ਇਉਂ ਸਮਝਾਓ ਵੀ ਉਹ ਵੀ ਹੁਣ ਥੋੜਾ ਨਿਰਮਾਣ ਭਾਵ ਦੇ ਵਿੱਚ ਆ ਕੇ ਆਪਣੇ ਪਤੀ ਦੀ ਸੇਵਾ ਕਰੇ। ਪੁਰਖੋਤਮ ਹਵੈ ਸੇਵ ਅਧੀਨਾ ਇਉ ਭਾਖਤ ਹੈ ਗੁਣੀ ਪ੍ਰਵੀਨਾ। ਹਾਂ ਪੁਰਖੋਤਮ ਕਹੀਦਾ ਹੈ ਵੀ ਜਿਹੜੇ ਹੁਣ ਅਵਤਾਰ ਹੀ ਪੁਰਖ ਹੁੰਦੇ ਆ ਉਹਨੂੰ ਗੁਣੀ ਜਨ ਇਉਂ ਆਖਦੇ ਆ ਵੀ ਸੇਵਾ ਕਰਨ ਦੇ ਨਾਲ ਮਨੁੱਖ ਹੁਣ ਅਵਤਾਰ ਹੀ ਬਣ ਜਾਂਦਾ ਹੈ। ਵੈ ਪ੍ਰਸੰਨ ਦੀਨਨ ਪਰ ਦਿਆਲਾ ਕਬਹਿ ਨ ਮਿਟਾਵਹਿ ਬਿਰਥੀ ਕਾਲਾ। ਹਾਂ ਗੋ ਮੇਰੇ ਭਰਾਤਾ ਜੀ ਤਾਂ ਹੁਣ ਉਹ ਤਾਂ ਸਦਾ ਹੀ ਹੁਣ ਦੀਨਾਂ ਦੇ ਪੁਰ ਦਿਆਲੂ ਹੈ, ਪਰ ਕਬਹਿ ਨਾ ਮਿਟਾਵੇ ਬਿਰਥੀ ਕਾਲਾ। ਹੁਣ ਸੇਵਾ ਕਾਲ ਕਦੇ ਅਜਾਈ ਨਹੀਂ ਜਾਂਦੀ। ਹਾਥ ਬੰਦ ਹੋ ਪੀਤਹਿ ਕਹਿਓ ਔਰ ਮਹਿ ਡਰਤ ਸਦਾ ਹੀ ਰਹਿਓ। ਹਾਂ ਮੈਂ ਵੀ ਤਾਂ ਹੱਥ ਜੋੜ ਕੇ ਉਸ ਨੂੰ ਆਖਦੀ ਹਾਂ ਤੇ ਆਪਣੇ ਭਰਾ ਨੂੰ ਹੁਣ ਪਰਮੇਸ਼ਰ ਸਰੂਪ ਜਾਣ ਕੇ ਹਿਰਦੇ ਵਿੱਚ ਬਹੁਤ ਭੈ ਰੱਖਦੀ ਹਾਂ। ਦੋਹਰਾ ਤੁਮ ਜਾਨੋਗੇ ਭਰਾਤ ਕੋ ਕਰਤ ਸੋ ਜਸ ਹਮ ਪਾਸ। ਹਉਨੈ ਲਖੋ ਸੋਦਰ ਤਿਸੈ ਪਰਮੇਸ਼ਰ ਸੰਕਾਸ। ਹਾਂ ਹੁਣ ਅੱਗੋਂ ਭੈਣ ਨਾਨਕੀ ਜੀ ਨੇ ਬੜੇ ਵਿਸਥਾਰ ਨਾਲ ਉਹ ਗੱਲ ਕਹੀ ਹੈ। ਹੁਣ ਤੁਮ ਜਾਣੋਗੇ ਭਰਾਤ ਕੋ, ਹੁਣ ਤੁਸੀਂ ਤਾਂ ਸਮਝੋਗੇ ਕਿ ਤੁਹਾਡੇ ਕੋਲ ਭਰਾ ਦੀ ਪ੍ਰਸ਼ੰਸਾ ਮੈਂ ਕਰ ਰਹੀ ਹਾਂ, ਪਰ ਗੱਲ ਇਉਂ ਨਹੀਂ। ਹਉ ਨਾ ਲਖੋ ਸੋਦਰ ਤਿਸੈ,
ਸੋਦਰ ਕਹੀਦਾ ਭਰਾ, ਮੈਂ ਉਹਨੂੰ ਭਰਾ ਨਹੀਂ ਸਮਝਦੀ ਜਿਹੜਾ ਤੁਹਾਡਾ ਜਵਾਈ ਹੈ। ਤੇ ਕੀ ਸਮਝਦੇ ਆ ਬੇਬੇ ਨਾਨਕੀ, ਤਿਸੈ ਪਰਮੇਸ਼ਰ ਸੰਕਾਸ। ਸੰਕਾਸ ਮੈਨੇ ਬਰਾਬਰ, ਮੈਂ ਤਾਂ ਉਹਨੂੰ ਪਰਮੇਸ਼ਰ ਸਰੂਪ ਹੀ ਜਾਣਦੀ ਹਾਂ। ਚੌਪਈ ਨਿਸ਼ਚੈ ਸਤ ਜਾਨੋ ਮਨ ਮਾਸੀ, ਸਰਬ ਵਿਕਾਰ ਕੀਨ ਜਿਨ ਨਾਸੀ। ਹਾਂ, ਨਿਸ਼ਚੈ ਸਤ ਜਾਨੋ ਮਨ ਮਾਸੀ। ਮਾਸੀ ਜੀ ਤੁਸੀਂ ਮਨ ਵਿੱਚ ਇਹ ਗੱਲ ਨੂੰ ਨਾ ਸੱਚੀ ਜਾਣੋ। ਕਿਹੜੀ ਗੱਲ ਨੂੰ? ਸਰਬ ਵਿਕਾਰ ਕੀਨ ਜਿਨ ਨਾਸੀ, ਜਿਨ੍ਹਾਂ ਨੇ ਸਾਰੇ ਵਿਕਾਰ ਹੀ ਨਾਸ਼ ਕਰ ਦਿੱਤੇ ਹੈ। ਸੰਤ ਸਰੂਪ ਜੋ ਕਹੈ ਸਪੂਰਨ, ਰਹਿਤ ਡਰਤ ਹਮ ਲਖ ਔਰ ਪੂਰਨ। ਉਹ ਤਾਂ ਸੰਤ ਸਰੂਪ ਨੇ ਤੇ ਉਹ ਤੇ ਪੂਰੇ ਨੇ, ਸਾਰੇ ਉਹਨਾਂ ਨੂੰ ਪੂਰੇ ਆਖਦੇ ਆ। ਅਸੀਂ ਤਾਂ ਹੁਣ ਇਹ ਦੇਖ ਰਹੇ ਹਾਂ ਤੇ ਹਿਰਦੇ ਵਿੱਚ ਹੁਣ ਡਰਦੇ ਵੀ ਰਹਿੰਦੇ ਹਾਂ, ਇਹ ਕੋਈ ਝੂਠ ਨਹੀਂ ਹੈ। ਅਬ ਜਾਬ ਹੋ ਤੁਮ ਤੇ ਪਛਤਾਤਾ, ਜਬ ਆਵਾਸ ਆਵਹਿ ਸ਼੍ਰੀ ਭਾਰਤਾ। ਹਾਂ, ਹੁਣ ਤੁਸੀਂ ਜਾਓ ਤੁਹਾਥੋਂ ਮਗਰੋਂ ਜਦੋਂ ਉਹ ਮੇਰੇ ਭਰਾਤਾ ਜੀ ਘਰ ਆਉਣਗੇ। ਕਰ ਭਾਵੋਂਗੀ ਬਹੁਤ ਦਿਲਾਸਾ, ਤਬ ਤਨਿਆ ਕੋ ਨਾਨਕ ਪਾਸਾ। ਹਾਂ, ਹੁਣ ਮੈਂ ਆਵਾਂਗੀ ਫਿਰ ਤੇ ਆਪਣੇ ਭਰਾਤਾ ਨਾਨਕ ਜੀ ਨੂੰ ਕਹਿ ਕੇ ਤੁਹਾਡੀ ਪੁੱਤਰੀ ਨੂੰ ਫਿਰ ਭਾਰੀ ਦਿਲਾਸਾ ਦਿਵਾ ਦੇਵਾਂਗੀ। ਇਹ ਬਿਦ ਮధుਰ ਬਚਨ ਕਹਿ ਨਾਨਾ, ਸੀਤਲ ਕਰੀ ਕ੍ਰੋਧ ਪਾਹਨ। ਇਸ ਤਰੀਕੇ ਨਾਲ ਭੈਣ ਨਾਨਕੀ ਜੀ ਨੇ ਮਧੁਰ ਬਚਨ ਮਿੱਠੇ ਬੋਲ ਬੋਲ ਕੇ ਨਾ ਕਈ ਪ੍ਰਕਾਰ ਦੀਆਂ ਦਲੀਲਾਂ ਦੇ ਨਾਲ ਸੀਤਲ ਕਰੀ ਕ੍ਰੋਧ ਪਾਹਨ, ਚੰਦੋ ਰਾਣੀ ਨੂੰ ਸ਼ਾਂਤ ਕਰ ਦਿੱਤਾ ਤੇ ਉਹਨਾਂ ਦਾ ਗੁੱਸਾ ਦੂਰ ਹੋ ਗਿਆ। ਬਹੁਰ ਸਨੇ ਸੰਗ ਸੁਖ ਸਾਨੀ, ਯੁਗਮ ਪਰਮ ਪਰਸ ਪਰ ਬੋਲਹਿ ਬਾਨੀ। ਹਾਂ, ਫਿਰ ਦੋਵੇਂ ਜਣੀਆਂ ਹੁਣ ਮਾਤਾ ਚੰਦੋ ਰਾਣੀ ਜੀ ਤੇ ਬੇਬੇ ਨਾਨਕੀ ਜੀ ਹੁਣ ਪ੍ਰੇਮ ਦੇ ਸਹਿਤ ਸੁਖ ਦੇ ਨਾਲ ਮਿਲੀ ਬਾਣੀ ਆਪਸ ਵਿੱਚ ਬੋਲਦੀਆਂ, ਭਾਵ ਹੁਣ ਬੜੀ ਹੁਣ ਗੱਲਬਾਤ ਪ੍ਰੇਮ ਨਾਲ ਕਰਦੀਆਂ ਹੈ। ਉਠ ਕਰ ਆਈ ਤਨਿਆ ਪਾਸਾ, ਸਮਝਾਈ ਬਹੁ ਦੀਨ ਦਿਲਾਸਾ। ਕੁਝ ਸਮਾਂ ਗੱਲਾਂ ਬਾਤਾਂ ਕਰਕੇ ਫਿਰ ਚੰਦੋ ਰਾਣੀ ਜੀ ਵਾਪਸ ਹੁਣ ਆਪਣੀ ਪੁੱਤਰੀ ਸੁਲੱਖਣੀ ਦੇ ਕੋਲ ਆਈ ਹੈ। ਦਿਲਾਸਾ ਦਿੰਦੀ ਤੇ ਇਉਂ ਸਮਝਾਉਂਦੀ ਹੈ। ਕੰਤ ਤੋਹੇ ਨੀਕੋ ਸ਼ੁਭ ਕਰਮੀ, ਪੂਰਬ ਕੋ ਉਦਾਰ ਵਿਡ ਧਰਮੀ। ਹਾਂ, ਕਈ ਕਹਿੰਦੀ ਹੈ, ਕੀ ਸਮਝਾਉਂਦੀ ਹੈ ਚੰਦੋ ਰਾਣੀ? ਹੇ ਪੁੱਤਰੀ, ਤੇਰਾ ਘਰ ਵਾਲਾ ਬਹੁਤ ਚੰਗਾ ਹੈ, ਸ਼ੁਭ ਕਰਮ ਕਰਨ ਵਾਲਾ ਹੈ ਤੇ ਉਹ ਤਾਂ ਹੁਣ ਪੂਰਬ ਕੋ ਉਧਾਰ ਢਿੱਡ ਧਰਮੀ। ਉਹ ਤਾਂ ਪਹਿਲਾਂ ਤੋਂ ਹੀ ਖੁੱਲ੍ਹੇ ਦਿਲ ਵਾਲਾ ਤੇ ਪੱਕਾ ਧਰਮੀ ਹੈ। ਤੂੰ ਨਹਿਰ ਘਰ ਹੋਤੇ ਦੁਲਾਰੀ, ਨਹਿ ਜਾਣ ਹੈ ਕਛੁ ਸੇਵ ਪ੍ਰਕਾਰੀ। ਅਤੇ ਪਰ ਪੁੱਤਰੀ ਤੂੰ ਹੁਣ ਨਹਿਰ ਘਰ ਕਹਿੰਦੇ ਹੁਣ ਪੇਕੇ ਘਰ ਪੁੱਤਰੀ ਤੂੰ ਹੁਣ ਦੁਲਾਰੀ ਸੀ, ਬਹੁਤ ਲਾਡਲੀ ਸੀ ਤੇ ਹੁਣ ਤੈਨੂੰ ਸੇਵਾ ਦੀ ਕੋਈ ਜਾਚ ਨਹੀਂ ਸੀ। ਅਬ ਮਨ ਸਮਝ ਸੇਵ ਪਤ ਕੀਜੈ, ਭਲੇ ਰਜ਼ਾਏ ਸਰਬ ਸੁਖ ਲੀਜੈ। ਪਰ ਪੁੱਤਰੀ ਹੁਣ ਤੂੰ ਮਨ ਵਿੱਚ ਨਿਸ਼ਚਾ ਕਰ ਲੈ, ਆਪਣੇ ਪਤੀ ਦੀ ਸੇਵਾ ਕਰ, ਉਹਨੂੰ ਚੰਗੀ ਤਰ੍ਹਾਂ ਖੁਸ਼ ਕਰਕੇ ਸਾਰੇ ਹੀ ਸੁੱਖ ਤੈਨੂੰ ਮਿਲਣਗੇ। ਉਹਨੂੰ ਰਿਝਾ ਲੈਣਾ ਕਰ, ਉਹਦੀ ਪ੍ਰਸੰਨਤਾ ਦੇ ਵਿੱਚ ਸ਼ਰੀਕ ਬਣ ਜਾਣਾ ਕਰ। ਪਤ ਕੀ ਸੇਵ ਕਰਤ ਤਹਿ ਜੇਤੀ, ਸੁਖੀ ਰਹਿਤ ਦਵੈ ਲੋਕਨ ਤੇਤੀ। ਹਾਂ, ਹੁਣ ਜਿਹੜੀ ਇਸਤਰੀ ਆਪਣੇ ਹੁਣ ਪਤੀ ਦੀ ਹੁਣ ਜ਼ਿਆਦਾ ਸੇਵਾ ਕਰਦੀ ਹੈ, ਉਤਨੀ ਹੀ ਉਹ ਦੋਨਾਂ ਲੋਕਾਂ ਦੇ ਵਿੱਚ, ਭਾਵ ਇਸ ਲੋਕ ਵਿੱਚ ਤੇ ਉਸ ਪਰਲੋਕ ਵਿੱਚ ਉਹ ਹੁਣ ਸੁਖ ਪਾਉਂਦੀ ਹੈ। ਅਸ ਪ੍ਰਕਾਰ ਕੀ ਸੀਖ ਸਿਖਾਨੀ, ਕਿਤਕ ਦਿਵਸ ਰਹਿ ਚੰਦੋ ਰਾਣੀ। ਹਾਂ, ਇਸ ਪ੍ਰਕਾਰ ਦੀ ਸ਼ੁਭ ਸਿੱਖਿਆ ਦਿੰਦੀ ਹੈ। ਕਈ ਦਿਨ ਚੰਦੋ ਰਾਣੀ ਉੱਥੇ ਰੁਕਦੀ ਹੈ। ਦੋਹਰਾ ਪੁੰਨ ਜਨਨੀ ਨਿਜ ਨਗਰ ਕੋ, ਪ੍ਰਾਪਤ ਭਈ ਆਵਾਸ। ਭਜ ਸੰਤੋਖ ਸਿੰਘ ਗੁਰ ਚਰਨ, ਜਨਮ ਮਰਨ ਕਟ ਫਾਸ। ਹਾਂ, ਪੁੰਨ ਜਨਨੀ ਨਿਜ ਨਗਰ ਕੋ, ਫਿਰ ਕਈ ਦਿਨਾਂ ਤੋਂ ਬਾਅਦ ਮਾਤਾ ਸੁਲੱਖਣੀ ਜੀ ਦੀ ਜਨਨੀ ਮਾਤਾ ਚੰਦੋ ਰਾਣੀ ਵਾਪਸ ਆਪਣੇ ਸ਼ਹਿਰ ਬਟਾਲੇ ਨੂੰ ਮੁੜਦੀ ਹੈ ਤੇ ਭਜ ਸੰਤੋਖ ਸਿੰਘ ਗੁਰ ਚਰਨ। ਹੁਣ ਕਵੀ ਸੰਤੋਖ ਸਿੰਘ ਜੀ ਗੁਰੂ ਚਰਨਾਂ 'ਤੇ ਧਿਆਨ ਕਰਦੇ ਹੋਏ ਭਜਨ ਕਰਦੇ ਹੈ, ਗੁਰੂ ਚਰਨਾਂ 'ਤੇ ਧਿਆਨ ਇਕਾਗਰ ਕਰਦੇ ਹੈ ਤੇ ਕੀ ਗੁਰੂ ਚਰਨਾਂ 'ਤੇ ਮੰਗ ਰਹੇ ਹੈ? ਜਨਮ ਮਰਨ ਕਟ ਫਾਸ।
ਹੁਣ ਮੇਰੀ ਆਵਾਗਮਨ ਦੀ ਫਾਈ ਸਤਿਗੁਰੂ ਕੱਟ ਦੇਵੋ। ਇਸੇ ਦੇ ਨਾਲ ਹੀ ਇਹ ਪ੍ਰਸੰਗ ਦੀ ਸਮਾਪਤੀ ਹੈ। ਸੋ ਇਸ ਪ੍ਰਸੰਗ ਵਿੱਚ ਜੋ ਮਾਤਾ ਸੁਲੱਖਣੀ ਜੀ ਦਾ ਰੋਸਾ ਸੀ, ਪਹਿਲਾਂ ਆਪਣੇ ਪਿਤਾ ਜੀ ਤਾਈਂ ਦੱਸਿਆ, ਫਿਰ ਮਾਤਾ ਚੰਦੋ ਰਾਣੀ ਤਾਈਂ ਦੱਸਿਆ ਕਿਵੇਂ ਭੈਣ ਨਾਨਕੀ ਜੀ ਨੇ ਆਪਣੀ ਸ਼੍ਰੇਸ਼ਟ ਬੁੱਧੀ ਨਾਲ ਅਤੇ ਠੰਡੇ ਮਿੱਠੇ ਸੁਭਾਅ ਨਾਲ ਸਾਰੇ ਹੀ ਹੁਣ ਜਿਹੜੀ ਸਮੱਸਿਆ ਦੀ ਹੁਣ ਤਹਿ ਤੱਕ ਜਾਣਾ ਕੀਤਾ, ਉਹ ਸਮੱਸਿਆ ਦਾ ਸਮਾਧਾਨ ਕੀਤਾ ਅਤੇ ਇਉਂ ਦੋਹਾਂ ਪਤੀ ਪਤਨੀ ਦੇ ਵਿੱਚ ਜਿਹੜਾ ਕੋਈ ਤਕਰਾਰ ਸੀ ਉਸ ਨੂੰ ਦੂਰ ਕੀਤਾ। ਇਹਦੇ ਨਾਲ ਹੀ ਇਹ ਪ੍ਰਸੰਗ ਦੀ ਇੱਥੇ ਸਮਾਪਤੀ ਹੁੰਦੀ ਹੈ। ਹੋਈਆਂ ਬੇਅੰਤ ਮਿੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰੂ ਪਿਤਾ ਬਖਸ਼ੰਦ ਨੇ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹ ਇੱਥੇ ਇਸ ਪ੍ਰਸੰਗ ਨੂੰ ਸਮਾਪਤ ਕਰੀਏ ਜੀ। दोहरा पुन जननी निज नगर को प्राप्त भई आवास, पज संतोख सिंह गुर चरण जन्म मरण कट फास। हे अच्युत हे पार ब्रह्म अविनाशी अगनास, हे पूरण हे सर्ब में दुख भंजन गुण तास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पियो बनहार। हे संतां कै सदा संग निधारा आधार। हे ठाकुर हूँ दास रो मैं निर्गुण गुण नहीं कोय। नानक दीजै नाम दान राखो हिय परोय। आए प्रभ शरणागति कृपा नित दयाल। एक अखर हर मन बसत नानक होतन हाल। आए प्रभ शरणागति कृपा नित दयाल। एक अखर हर मन बसत नानक होत निहाल। वाहिगुरु जी का खालसा वाहिगुरु जी की फतेह।